ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਸ ਕਰਦਾ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ, ਤੰਦਰੁਸਤ ਹੋਵੋਗੇ, ਸਿਹਤਯਾਬ ਹੋਵੋਗੇ। ਤੇ ਮੈਨੂੰ ਕਾਈਂਡਲੀ ਦੱਸਣਾ ਕਿ ਜੇ ਆਵਾਜ਼ ਵਗੈਰਾ ਸਭ ਕੁਝ ਦਰੁਸਤ ਹੈ ਤੇ ਚੰਦ ਮਿੰਟ ਆਪਾਂ ਗੱਲਾਂ ਬਾਤਾਂ ਕਰ ਲਈਏ, ਜੇ ਤੁਹਾਡੀ ਇਜਾਜ਼ਤ ਹੋਵੇ। ਜੇ ਤੁਸੀਂ ਕਹੋ ਤੇ ਆਪਾਂ ਚੰਦ ਮਿੰਟ ਗੱਲਾਂ ਬਾਤਾਂ ਕਰ ਲਵਾਂਗੇ, ਪਰ ਉਸ ਤੋਂ ਪਹਿਲਾਂ ਦੱਸ ਦੇਣਾ ਕਿ ਆਡੀਓ ਵਗੈਰਾ ਕੀ ਸਹੀ ਹੈ। ਵੈਸੇ ਪੱਖਾ ਮੇਰੇ ਖਿਆਲ ਦੇ ਨਾਲ ਥੋੜਾ ਆਵਾਜ਼ ਕਰ ਰਿਹਾ ਹੋਏਗਾ, ਕਿਉਂਕਿ ਬਦਲਾਅ ਦੀ ਰੁੱਤ ਹੈ, ਗਰਮੀ ਦੀ ਰੁੱਤ ਹੈ। ਬੱਤੀ ਗੁੱਲ ਹੈ, ਕਹਿੰਦੇ ਆ ਕਿ ਸ਼ਾਮੀ 6 ਵਜੇ ਆਵੇਗੀ, ਸੋ ਉਦੋਂ ਤੀਕ ਇੱਦਾਂ ਹੀ ਕੰਮ ਚੱਲੇਗਾ, ਕੋਈ ਗੱਲ ਨਹੀਂ ਹੈ। ਵੈਸੇ ਵੀਕਐਂਡ 'ਤੇ ਲਾਈਟ ਦਾ ਨਾ ਹੋਣਾ ਤੁਹਾਨੂੰ ਪਤਾ ਹੀ ਹੈ, ਆਪਣੇ ਆਪ ਦੇ ਵਿੱਚ ਇੱਕ ਬਿਪਤਾ ਦਾ ਸਬੱਬ ਬਣ ਜਾਂਦਾ ਹੈ, ਪਰ ਕੀ ਕੀਤਾ ਜਾ ਸਕਦਾ ਹੈ। ਸਭ ਨੂੰ ਪਤਾ ਹੀ ਹੈ ਕਿ ਬਈ ਝੋਨੇ ਦਾ ਸੀਜ਼ਨ ਹੈ, ਬੱਤੀ ਨੂੰ ਕੱਟ ਵਗੈਰਾ ਲੱਗਣਗੇ। ਸੋ ਸਭ ਕੁਝ ਸਹੀ ਹੈ, ਚਲੋ ਠੀਕ ਹੈ ਜੀ। ਮੈਂ ਬਸ ਆਪਣੀ ਆਈਡੀ 'ਤੇ ਸ਼ੇਅਰ ਕਰ ਦੇਵਾਂ ਜ਼ਰਾ, ਫਿਰ ਉਸ ਤੋਂ ਬਾਅਦ ਆਪਾਂ ਇਸ ਗੱਲ ਨੂੰ ਅੱਗੇ ਤੋਰਦੇ ਹਾਂ। ਵੈਸੇ ਗੁੱਸੇ ਨਾ ਹੋਣਾ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਸਮਰਥਕ ਹੈ, ਕਿਉਂਕਿ ਅਸੀਂ ਵੀ ਮਤਲਬ ਇੱਕ ਕਹਿ ਲਓ ਪੰਜਾਬੀ ਹਾਂ, ਜਾਂ ਕਹਿ ਲਈਏ ਕਿ ਬੱਚਿਆਂ ਦੇ ਮਾਂ ਪਿਓ ਆ, ਤਾਂ ਕੁਛ ਸਾਡੇ ਵੀ ਕੰਸਰਨ ਹੁੰਦੇ ਨੇ। ਇਕੱਲੇ ਪੋਲੀਟੀਕਲ ਬੰਦਿਆਂ ਦਾ ਪੰਜਾਬ ਨਹੀਂ ਹੈ, ਇਹ ਪੰਜਾਬ ਪੰਜਾਬੀਆਂ ਦਾ। ਔਰ ਇਹਨਾਂ ਪੰਜਾਬੀਆਂ 'ਚ ਹੀ ਤੁਸੀਂ ਸ਼ੁਮਾਰਤ ਹੋ, ਤੁਹਾਡੀ ਵੀ ਸ਼ਮੂਲੀਅਤ ਹੈ। ਤਾਂ ਖੈਰ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਵੈਸੇ ਆਉਣਾ ਨਹੀਂ ਸੀਗਾ ਲਾਈਵ, ਅਤੇ ਕੱਲ੍ਹ ਇੱਕ ਟਾਕ ਸ਼ੋਅ ਦੇ ਵਿੱਚ ਕੈਨੇਡਾ ਦੇ ਇੱਕ ਰੇਡੀਓ 'ਤੇ ਜਦੋਂ ਗੱਲਬਾਤ ਕਰ ਰਹੇ ਸਨ, ਤਾਂ ਉੱਥੇ ਇਹਨਾਂ ਦੇ ਸਪੋਰਟਰ ਨੇ ਗੁਰਦੀਪ ਸਿੰਘ ਜੀ ਮਾਮੂ, ਉਹਨਾਂ ਨੇ ਉਚੇਚਿਆਂ ਕਿਹਾ ਕਿ ਬਈ ਇਹ ਤੁਸੀਂ ਗੱਲ ਜਿਹੜੀ ਹੈ ਸਾਡੀ ਜ਼ਰੂਰ ਪਹੁੰਚਾਓ ਮਾਨ ਸਾਹਿਬ ਤੱਕ। ਅਤੇ ਮੈਂ ਕਿਹਾ ਜੀ ਜ਼ਰੂਰ, ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਲਾਈਵ ਹੋ ਕੇ ਗੱਲ ਰੱਖ ਸਕਾਂ। ਖੈਰ, ਸ਼ੁਰੂਆਤ ਜਿਹੜੀ ਆਪਾਂ ਕਰਾਂਗੇ ਉਹ ਜੋ ਚੱਲਦਾ ਪਿਆ, ਜੋ ਆਪਾਂ ਦੇਖਿਆ ਐਤਵਾਰ ਦੀ ਕੁਲੈਨੀ ਸ਼ਾਮ ਜਦੋਂ ਤਰਕਾਲਾਂ ਟਲ ਰਹੀਆਂ ਸਨ, ਤਾਂ ਇੱਕ ਬਹੁਤ ਪ੍ਰਸਿੱਧ ਸਿੰਗਰ ਮੂਸੇਵਾਲ ਕਤਲ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਨਾਲ ਸਾਡੇ ਜ਼ਿਹਨ ਦੇ ਵਿੱਚ ਖੜਾ ਕਰਦੀਆਂ ਨੇ, ਇੱਕ ਬਹੁਤ ਵੱਡਾ ਸ਼ੋਰ ਪੈਦਾ ਕਰਦੀਆਂ ਨੇ ਕਿ ਅਸੀਂ ਕਿਸ ਮੁਹਾਨ 'ਤੇ ਆ ਪਹੁੰਚੇ ਹਾਂ। ਤਾਂ ਮੈਂ ਇਸੇ ਸੰਦਰਭ 'ਚ ਕਹਿ ਰਿਹਾ ਕਿ ਗੁਰਦੀਪ ਸਿੰਘ ਮਾਮੂ ਹੋਰਾਂ ਨੇ ਉਚੇਚਾ ਟਾਕ ਸ਼ੋਅ ਦੇ ਵਿੱਚ ਕਾਲ ਕੀਤਾ। ਉਹਨਾਂ ਦੇ ਸੁਰ ਭਾਰੇ ਸਨ, ਜਿਨ੍ਹਾਂ ਨੇ ਹੁਬ ਕੇ ਕਦੇ ਸਾਡੇ ਨਾਲ ਬਹਿਸਾਂ ਕੀਤੀਆਂ ਸਨ ਟਾਕ ਸ਼ੋਅ ਦੇ ਵਿੱਚ, ਜਿਨ੍ਹਾਂ ਨੇ ਕਦੇ ਵੋਟਾਂ ਮੰਗੀਆਂ ਸਨ ਕੈਨੇਡਾ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਕਿ ਚੇਂਜ ਜ਼ਰੂਰੀ ਹੈ। ਤਾਂ ਉਸ ਬੰਦੇ ਦੇ, ਉਸ ਸ਼ਖਸ ਦੇ ਕਿਤੇ ਨਾ ਕਿਤੇ ਲਹਿਜ਼ੇ ਦੇ ਵਿੱਚ ਥੋੜ੍ਹਾ ਭਾਰਾਪਨ ਸੀਗਾ, ਥੋੜ੍ਹਾ ਕਿਤੇ ਨਾ ਕਿਤੇ ਉਹਨਾਂ ਦੇ ਸੁਰਾਂ ਦੇ ਵਿੱਚ ਨਾ ਉਦਾਸੀਨਤਾ ਸੀਗੀ। ਉਹਨਾਂ ਨੇ ਬਹੁਤ ਭਾਰੀ ਸ਼ਬਦਾਂ ਨਾਲ ਕਿਹਾ ਕਿ ਜ਼ਰੂਰ ਯਾਰ ਸਾਡਾ ਸੁਨੇਹਾ ਲਾਓ ਕਿ ਮਾਨ ਸਾਡਾ ਮਾਣ ਹੈ, ਅਤੇ ਅਸੀਂ ਉਹਦੇ 'ਤੇ ਅੱਜ ਵੀ ਮਾਣ ਕਰਦੇ ਹਾਂ। ਥੋੜ੍ਹਾ ਮਤਲਬ ਕਿ ਕੁਛ ਨਾ ਕੁਛ ਐਸਾ ਕਰਕੇ ਦਿਖਾਵੇ ਕਿ ਅਸੀਂ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਰਹੀਏ। ਦੇਖੋ ਕਿੱਡੀ ਵੱਡੀ ਗੱਲ ਕਹੀ ਉਹਨਾਂ ਨੇ ਕਿ ਐਸਾ ਕੁਛ ਕਰੋ ਕਿ ਮਤਲਬ ਅਸੀਂ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਰਹਿ ਜਾਈਏ। ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕੋਈ ਬਜ਼ੁਰਗ ਆਦਮੀ ਇਸ ਤਰ੍ਹਾਂ ਕਰਦਾ। ਬਜ਼ੁਰਗ ਨੇ, ਬੜੇ ਸਤਿਕਾਰਯੋਗ ਨੇ। ਤਾਂ ਮੈਂ ਜਿਹੜੀ ਗੱਲ ਸ਼ੁਰੂ ਕਰਨ ਜਾ ਰਿਹਾ, ਸਭ ਤੋਂ ਪਹਿਲਾਂ ਕਿ ਮਾਨ ਸਾਹਿਬ ਨੂੰ ਇਹ ਦੇਖਣਾ ਪਏਗਾ ਕਿ ਜੇ ਤੁਸੀਂ ਦੇਖੋਗੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਫੇਲੀਅਰ ਦੀ ਜੇ ਸਟਾਰਟਿੰਗ ਦੇਖੋਗੇ ਤੁਸੀਂ, ਤਾਂ ਉਹ ਇਹ ਸੀਗੇ ਕਿ ਉਹਨਾਂ ਨੇ ਪੰਜਾਬ ਨੂੰ ਕਦੇ ਵੀ ਜ਼ਮੀਨ 'ਤੇ ਉਤਰ ਕੇ ਨਹੀਂ ਸੀ ਵੇਖਿਆ। ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਉਹ ਸਿਸਮਾਂ ਤੋਂ ਸਰਕਾਰ ਚਲਾ ਰਹੇ ਸਨ, ਉਹ ਸਿਸਮਾਂ ਤੋਂ ਸਰਕਾਰ ਚਲਾ ਰਹੇ ਸੀਗੇ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਵੱਡਾ ਉਹਨਾਂ ਵਾਸਤੇ ਘਾਟਾ ਸੀਗਾ, ਬਹੁਤ ਵੱਡਾ ਘਾਟਾ ਸੀਗਾ, ਜਿਹੜਾ ਕਿ ਹੌਲੀ ਹੌਲੀ ਉਹਨਾਂ ਨੂੰ ਲੈ ਡੁੱਬਿਆ। ਕਿਉਂਕਿ ਜੇ ਤੁਸੀਂ ਪੰਜਾਬ ਦੇ ਵਿੱਚ ਰਹੋਗੇ, ਪੰਜਾਬ ਦੇ ਵਿੱਚ ਸਮੱਸਿਆਵਾਂ ਨੂੰ ਵਾਚੋਗੇ, ਭਾਪੋਗੇ, ਤਾਂ ਬਹੁਤ ਹੱਦ ਤੱਕ ਕਹਿ ਲਓ ਕਿ ਤੁਹਾਨੂੰ ਪਤਾ ਲੱਗਦਾ ਕਿ ਹੇਠਾਂ ਕੀ ਚੱਲ ਰਿਹਾ। ਮੈਂ ਕੁਛ ਘਟਨਾਵਾਂ ਕੋਟ ਕਰ ਦਿੰਦਾ। ਦੇਖੋ, ਮੇਰੀ ਬੇਨਤੀ ਹੈ ਕਿ ਕੋਈ ਮੈਨੂੰ ਕੀ ਕਹਿ ਰਿਹਾ, ਕੋਈ ਚੱਕਰ ਨਹੀਂ, ਕਹਿਣ ਦੇ ਫਰਸਟ੍ਰੇਟ ਲੋਕ ਨੇ ਜਾਂ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਬਸ ਇੱਕੋ ਚਸ਼ਮੇ 'ਚੋਂ ਇੱਕੋ ਰੰਗ ਦੀ ਦੁਨੀਆ ਦੀਦੀ ਹੈ। ਮੈਂ ਇਹਨਾਂ ਨੂੰ ਕੁਛ ਨਹੀਂ ਕਹਿਣਾ ਚਾਹੁੰਦਾ, ਅਤੇ ਬਈ ਬਹੁਤ ਸਤਿਕਾਰ ਕਰਦਾ। ਕੋਈ ਗੱਲ ਨਹੀਂ ਹੈ ਜੀ, ਮੈਂ ਅਮਲੀ ਹਾਂ, ਚਾਹੇ ਮੈਂ ਕੁਛ ਵੀ ਹਾਂ, ਪਰ ਇੱਕ ਪੰਜਾਬੀ ਤਾਂ ਗਿਣਦੇ ਹੋ। ਕੁਛ ਵੀ ਹਾਂ, ਮੈਂ ਚੋਰ ਹਾਂ, ਚੱਕਾਂ, ਕੁਛ ਵੀ ਹਾਂ, ਪਰ ਇੱਕ ਪੰਜਾਬੀ, ਇੱਕ ਨਾਗਰਿਕ ਹਾਂ। ਨਾਗਰਿਕ ਹੋਣ ਦੇ ਨਾਤੇ ਆਪਣੇ
ਵੈਰੀਫਾਈਡ ਅਕਾਊਂਟ ਤੋਂ ਮੈਨੂੰ ਲਾਈਵ ਹੋਣ ਦਾ ਹੱਕ ਹੈ। ਕਿ ਜੇ ਤੁਸੀਂ ਇਹ ਵੀ ਹੱਕ ਨਹੀਂ ਦੇ ਸਕਦੇ ਤੇ ਫਿਰ ਕਾਈਂਡਲੀ ਇੱਦਾਂ ਕਰੋ, ਮੈਨੂੰ ਮਤਲਬ ਕਿ ਇੱਦਾਂ ਕਰੋ, ਕਿਸੇ ਕੰਟੇਨਰ 'ਚ ਪਾ ਕੇ ਤੇ ਫਾਜ਼ਿਲਕਾ ਸਾਡੇ ਲਾਗੇ ਆ, ਮੈਨੂੰ ਬਾਰਡਰ ਟਪਾ ਦਿਓ, ਠੀਕ ਹੈ ਨਾ, ਉੱਥੇ ਸੁੱਟਿਓ। ਜੇ ਤੁਸੀਂ ਇਹ ਵੀ ਨਹੀਂ ਹੱਕ ਦੇਣਾ ਚਾਹੁੰਦੇ ਨਾ, ਲਾਂਟੀਓ ਲੋਕੋ, ਫਿਰ ਸਾਨੂੰ ਸਮੁੰਦਰ 'ਚ ਸੁੱਟਿਓ ਟਰੱਕ ਭਰ ਕੇ। ਜੇ ਤੁਸੀਂ ਸਾਨੂੰ ਬੋਲਣ ਵੀ ਨਹੀਂ ਦੇਣਾ ਚਾਹੁੰਦੇ ਨਾ, ਤਾਂ ਫਿਰ ਸਾਨੂੰ ਗੋਲੀ ਮਾਰ ਦਿਓ। ਗੋਲੀਆਂ ਤਾਂ ਵੱਜ ਰਹੀਆਂ ਨਾ, ਇੱਕ ਪਿਸਤੌਲ ਭਰ ਕੇ ਲਿਆਓ। ਇੱਥੇ ਤੁਹਾਡੀ ਫਰਸਟ੍ਰੇਸ਼ਨ ਨਿਕਲ ਸਕਦੀ, ਇੱਥੇ ਹੱਲ ਨਹੀਂ ਨਿਕਲਣਾ। ਤੁਸੀਂ ਆਓ, ਰਿਵਾਲਵਰ ਭਰ ਕੇ ਲੈ ਕੇ ਆਓ ਤੇ ਤੁਸੀਂ ਆ ਕੇ ਸ਼ੂਟ ਕਰ ਦਿਓ ਸਾਨੂੰ ਵੀ, ਠੀਕ ਹੈ ਨਾ। ਜਿੱਥੇ ਦੂਜਿਆਂ ਦੇ ਮਾਵਾਂ ਦੇ ਪੁੱਤ ਮਰ ਰਹੇ ਆ, ਤੁਸੀਂ ਸਾਨੂੰ ਸ਼ੂਟ ਕਰ ਦਿਓ ਆ ਕੇ, ਕਿਉਂਕਿ ਤੁਸੀਂ ਲੋਕ ਅਕਲ ਦੇ ਪੱਖ ਤੋਂ ਅੰਗਹੀਣ ਹੋ ਚੁੱਕੇ ਹੋ। ਸੋ ਖੈਰ, ਮੈਂ ਜਿਹੜੀ ਗੱਲ ਕਰ ਰਿਹਾ, ਕੁਝ ਮਿੰਟਾਂ ਦੇ ਵਿੱਚ ਹੀ ਗੱਲ ਨਿਬੇੜ ਦੇਵਾਂਗਾ ਕਿ ਸਭ ਤੋਂ ਪਹਿਲਾਂ ਤਾਂ ਦੇਖੋ, ਤੁਹਾਡੀ ਇੰਟੈਲੀਜੈਂਸੀ ਦੀ ਫੇਲੀਅਰ ਰਹੀ ਹੈ। ਇੰਟੈਲੀਜੈਂਸ ਤੁਹਾਡੀ ਜਿਹੜੀ ਹੈ ਉਹ ਇਸ ਕਿਸਮ ਦੀ ਹੈ ਕਿ ਉਹਦੇ ਆਪਣੇ ਹੈੱਡਕੁਆਟਰ 'ਤੇ ਅਟੈਕ ਹੋ ਜਾਂਦਾ ਹੈ। ਜਦ ਅਟੈਕ ਹੁੰਦਾ ਹੈ, ਉਸ ਸਮੇਂ ਔਨ ਰਿਕਾਰਡ ਹੈ ਚੀਜ਼ ਕਿ ਉਸ ਸਮੇਂ ਪੀਜ਼ਾ ਡਿਲੀਵਰ ਹੋ ਰਿਹਾ ਸੀਗਾ, ਮਤਲਬ ਕਿ ਪੀਜ਼ਾ ਮੰਗਵਾਇਆ ਜਾ ਰਿਹਾ ਸੀਗਾ ਕੋਕਾ ਕੋਲਾ ਦੇ ਨਾਲ, ਸ਼ਾਇਦ ਉਹ ਖਾਣਾ ਹੋਏਗਾ, ਤਾਂ ਉੱਥੇ ਅਟੈਕ ਹੋ ਜਾਂਦਾ ਹੈ। ਤੁਹਾਡੀ ਮਤਲਬ ਕਿ ਇੰਟੈਲੀਜੈਂਸੀ ਦੀ ਇਹ ਸਭ ਤੋਂ ਵੱਡੀ ਫੇਲੀਅਰ ਸੀਗੀ। ਫਿਰ ਪਟਿਆਲਾ ਦੇ ਵਿੱਚ ਜੋ ਹੋਇਆ, ਉਹ ਇੱਕ ਅਨਦਰ ਫੇਲੀਅਰ ਸੀਗੀ, ਉਹ ਸਭ ਨੂੰ ਪਤਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਅੱਗੇ ਆ ਕੇ ਵੇਖੋਗੇ ਤਾਂ ਇਹਦੇ ਵਿੱਚ ਵੀ ਇੱਕ ਇੰਟੈਲੀਜੈਂਸ ਫੇਲੀਅਰ ਰਹੀ ਹੈ। ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇੰਟੈਲੀਜੈਂਸ ਜਿਹੜੀ ਹੁੰਦੀ ਹੈ ਨਾ, ਉਹ ਕਿਸੇ ਵੀ ਸਰਕਾਰ ਦਾ, ਜਿੱਦਾਂ ਕਹਿ ਲਓ ਨਾ ਕਿ ਇੱਕ ਐਸਾ ਤਾਣਾ ਬਾਣਾ ਹੁੰਦਾ ਹੈ ਜੋ ਘਟਨਾਵਾਂ ਤੋਂ ਪਹਿਲਾਂ ਸਰਕਾਰ ਨੂੰ ਸੁਚੇਤ ਕਰਦੀ ਹੈ ਕਿ ਅਜਿਹਾ ਹੋ ਸਕਦਾ ਹੈ। ਤੁਹਾਡੀ ਇੰਟੈਲੀਜੈਂਸੀ ਦੀ ਮੈਂ ਇੱਕ ਕਹਾਣੀ ਹੋਰ ਸੁਣਾ ਦਿੰਦਾ। ਬੀਤੇ ਰੋਜ਼ ਫਾਜ਼ਿਲਕਾ ਏਰੀਆ 'ਚ, ਮਤਲਬ ਕਿ ਮਸਲਨ 2-3 ਦਿਨ ਪਹਿਲਾਂ ਇੱਕ ਬੰਦਾ ਚੁੱਕਿਆ ਗਿਆ। ਮੈਂ ਹਾਲੇ ਰਿਵੀਲ ਨਹੀਂ ਕਰਾਂਗਾ, ਇਸ ਤੋਂ ਬਾਅਦ ਫਿਰ ਜੇ ਉਹਦੀ ਗ੍ਰਿਫਤਾਰੀ ਪੈ ਗਈ ਜਾਂ ਛੱਡ ਦਿੱਤਾ ਗਿਆ, ਉਹ ਗੱਲ ਵੱਖਰੀ ਹੈ। ਜੇ ਉਹਦੀ ਗ੍ਰਿਫਤਾਰੀ ਪੈ ਗਈ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ। ਉਹ ਸ਼ਖਸ ਫਾਜ਼ਿਲਕਾ ਏਰੀਏ 'ਚ, ਕਿਸੇ ਵੀ ਪਿੰਡ ਦਾ ਹੋ ਸਕਦਾ ਹੈ, ਬਾਰਡਰ ਏਰੀਏ 'ਚ, ਉਹ ਬੰਦਾ ਬਹੁਤ ਬਦਨਾਮ ਸੀਗਾ। ਉਹਨੇ ਪੁਲਿਸ ਦੇ ਨਾਲ ਰਲ ਕੇ ਬਹੁਤ ਕੰਮ ਕੀਤਾ, ਸਾਰੀ ਪੁਲਿਸ ਦੇ ਨਾਲ ਨਹੀਂ, ਪੁਲਿਸ ਦੇ ਕੁਛ ਕਹਿ ਲਓ ਕਿ ਬਲੈਕ ਸ਼ੀਪਸ ਜਿਹੜੇ ਹੁੰਦੇ ਆ, ਉਹਨਾਂ ਦੇ ਨਾਲ ਰਲ ਕੇ। ਤਾਂ ਹਿਸਾਬ ਲਾ ਲਓ ਕਿ ਉਹ ਬੰਦਾ ਕਾਂਗਰਸ ਸਰਕਾਰ ਵੇਲੇ ਖੁੱਲਿਆ। ਇੰਨਾ ਉਸ ਬੰਦੇ ਨੇ ਇੱਥੇ ਕੰਮ ਕੀਤਾ ਕਿ ਸਾਰੇ ਜਾਣੂ ਨੇ, ਪੁਲਿਸ ਵਾਲੇ ਵੀ ਜਾਣੂ ਨੇ ਤੇ ਉੱਥੋਂ ਦੇ ਵਸ਼ਿੰਦੇ ਵੀ ਜਾਣੂ ਹੋਣਗੇ। ਅੱਛਾ, ਕਮਾਲ ਦੀ ਗੱਲ ਇਹ ਆ ਕਿ ਸਾਡੀ ਕਿਸੇ ਵੀ ਇੰਟੈਲੀਜੈਂਸ ਕੋਲ ਕੋਈ ਇਨਪੁਟ ਨਹੀਂ, ਜਦ ਕਿ ਬਾਹਰਲੇ, ਹੁਣ ਮੈਂ ਨਾਂ ਨਹੀਂ ਲੈ ਸਕਦਾ, ਵੈਸੇ ਮੇਰੇ ਕੋਲ ਇੱਕ ਸੈਂਟਰਲ ਏਜੰਸੀ ਦਾ ਨਾਂ ਵੀ ਹੈ ਕਿ ਉਹਨੇ ਚੱਕਿਆ, ਜੋ ਮੈਨੂੰ ਮਤਲਬ ਕਿ ਮੇਰੇ ਸੋਰਸਸ ਨੇ ਦੱਸਿਆ। ਤਾਂ ਹਿਸਾਬ ਲਾ ਲਓ, ਸੈਂਟਰਲ ਏਜੰਸੀਆਂ ਉਹ ਬੰਦਾ ਚੁੱਕ ਕੇ ਲੈ ਕੇ ਗਈਆਂ ਨੇ। ਕੋਈ ਵੀ ਹੋ ਸਕਦਾ, ਸੈਂਟਰਲ ਏਜੰਸੀ 'ਚ ਕੋਈ NIA ਹੋ ਸਕਦੀ ਹੈ, ਜਾਂ ਕੋਈ ਉਹਨਾਂ ਦਾ ਜੋ ਨਾਰਕੋਟੈਕ ਬਿਊਰੋ ਹੁੰਦਾ ਉਹ ਹੋ ਸਕਦਾ, ਕੋਈ ਵੀ ਹੋ ਸਕਦਾ। ਤੁਸੀਂ ਹਿਸਾਬ ਲਾ ਲਓ ਕਿ ਸਾਡੇ ਇੱਥੇ ਉਹ ਬੰਦਾ 4-5 ਸਾਲ ਤੱਕ ਖੁੱਲ੍ਹੇ ਰੂਪ ਦੇ ਵਿੱਚ ਨਾ ਸਿਰਫ ਕੰਮ ਕਰਦਾ ਰਿਹਾ, ਪੁਲਿਸ ਦੀ ਮੁਖਬਰੀ ਕਰਕੇ, ਪੁਲਿਸ ਦੇ ਨਾਲ ਚੱਲ ਕੇ, ਬਲਕਿ ਨਜਾਇਜ਼ ਪਰਚੇ ਤੱਕ ਹੁੰਦੇ ਰਹੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸਾਡੀ ਇੰਟੈਲੀਜੈਂਸੀ ਕਿੱਥੇ ਹੈ ਜਾਂ ਅਸੀਂ ਕਿੱਥੇ ਬੈਠੇ ਹਾਂ, ਕਿ ਸਾਡੇ ਏਰੀਏ 'ਚੋਂ ਜਾਂ ਸਾਡੇ ਆਪਣੇ ਜੂਰਿਸਡਿਕਸ਼ਨ ਦੇ ਵਿੱਚੋਂ ਕੋਈ ਬੰਦਾ ਮਤਲਬ ਕਿ ਚੱਕਿਆ ਜਾਂਦਾ, ਸੈਂਟਰਲ ਏਜੰਸੀਆਂ ਚੱਕ ਕੇ ਲੈ ਕੇ ਜਾਂਦੀਆਂ, ਪਰ ਸਾਨੂੰ ਭਿਣਕ ਹੀ ਨਹੀਂ ਹੈ ਕਿ ਉਹ ਬੰਦਾ ਕੀ ਕਰ ਰਿਹਾ। ਇਹ 2-3 ਦਿਨ ਤੱਕ ਸ਼ਾਇਦ ਤੁਹਾਡੇ ਕੋਲ ਇਹ ਖਬਰ ਪਹੁੰਚ ਜਾਏਗੀ, ਜੇ ਗ੍ਰਿਫਤਾਰੀ ਪੈ ਗਈ, ਜਾਂ ਹੋ ਸਕਦਾ ਕਿ ਉਹਦੀ ਕਿਸਮਤ ਚੰਗੀ ਹੋਵੇ ਕਿ ਉੱਥੋਂ ਵੀ ਸੁੱਕਾ ਨਿਕਲ ਆਵੇ, ਜਿਵੇਂ ਇੱਥੇ ਸੁੱਕਾ ਰਹਿ ਰਿਹਾ ਸੀਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਦੇਖੋ, ਅਖਬਾਰਾਂ, ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਛਾਪੀ ਹੈ, ਇੰਡੀਅਨ ਐਕਸਪ੍ਰੈਸ ਨੇ, ਕਿਉਂਕਿ ਮੈਂ ਜੋ ਵੀ ਇਹ ਬੋਲਦੇ ਨੇ ਮੇਰੇ ਵੀਰ ਨੇ ਸਾਰੇ, ਮਨਮੋਹਨ ਵਾਰਸ ਨੇ ਇਹਨਾਂ ਵਾਸਤੇ ਇੱਕ ਗੱਲ ਕਹੀ ਸੀ ਕਿ ਡਰ ਨਾ ਦਿਲਾਏ ਆਪਣੇ ਲੋਕ ਨੇ। ਪਲੀਜ਼ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਕੋਈ ਗੱਲ ਨਹੀਂ ਹੈ ਯਾਰ, ਪਲੀਜ਼ ਮੈਂ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਕੋਈ ਗੱਲ ਨਹੀਂ, ਜੇ ਕੋਈ ਮੈਨੂੰ ਗਾਲ ਕੱਢਦਾ ਪਲੀਜ਼ ਤੁਸੀਂ ਗਾਲ ਨਾ ਕੱਢੋ, ਕਿਉਂਕਿ ਅਸੀਂ ਉਹਨਾਂ ਦੀ ਧੀ ਭੈਣ ਨੂੰ ਕੁਛ ਨਹੀਂ ਕਹਿਣਾ, ਉਹਨਾਂ ਦੀ ਧੀ ਭੈਣ ਵੀ ਸਾਡੀ ਹੈ। ਪਲੀਜ਼ ਕੋਈ ਗੱਲ ਨਹੀਂ ਹੈ, ਕਹਿ ਲੈਣ ਦਿਓ, ਉਹਨਾਂ ਦੀ ਭੈਣ ਮੇਰੀ ਭੈਣ ਹੈ। ਸਮਝ ਲਓ ਕਿ ਜੋ ਮੈਨੂੰ ਗਾਲਾਂ ਕੱਢ ਰਿਹਾ, ਪਲੀਜ਼ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਕਿ ਉਹ ਮੇਰੀ ਭੈਣ ਹੈ, ਮੇਰੀ ਧੀ ਹੈ, ਮੇਰੀ ਮਾਂ, ਪਲੀਜ਼ ਚੁੱਪ ਕਰ ਜਾਓ। ਅੱਛਾ, ਮੈਂ ਕਹਿ ਰਿਹਾ ਕਿ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਹੈ। ਮੈਂ ਦੇਖੋ, ਸਰਕਾਰ ਨੂੰ ਕ੍ਰਿਟਿਸਿਜ਼ਮ ਨਹੀਂ ਕੀਤਾ ਜਾਂਦਾ ਹੁੰਦਾ, ਸਰਕਾਰ ਦੀਆਂ ਨੀਤੀਆਂ, ਫੇਲੀਅਰਸ, ਉਹਨਾਂ ਚੀਜ਼ਾਂ ਦਾ ਕ੍ਰਿਟਿਸਿਜ਼ਮ ਹੁੰਦਾ ਹੈ। ਅਸੀਂ ਭਗਵੰਤ ਮਾਨ ਦੇ ਦੁਸ਼ਮਣ ਨਹੀਂ ਹੈ, ਸਗੋਂ ਭਗਵੰਤ ਮਾਨ ਨੂੰ ਇੱਕ ਸੁਨੇਹਾ ਦੇਣ ਜਾ ਰਹੇ ਹਾਂ, ਬੜਾ ਕੰਮ ਦਾ ਰਹੇਗਾ ਕਿ ਜੇ ਤੁਸੀਂ ਭਗਵੰਤ ਮਾਨ ਨੂੰ ਪਿਆਰ ਕਰਦੇ ਹੋ
ਤਾਂ ਫਿਰ ਤੁਸੀਂ ਮੇਰੇ ਖਿਆਲ ਦੇ ਨਾਲ ਸਾਨੂੰ ਗਾਲਾਂ ਨਹੀਂ ਕੱਢੋਗੇ, ਸ਼ਾਬਾਸ਼ ਦਿਓਗੇ ਐਂਡ ਦੇ ਵਿੱਚ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੰਡੀਅਨ ਐਕਸਪ੍ਰੈਸ ਦੇ ਵਿੱਚ ਸਟੋਰੀ ਹੋਈ ਸੀਗੀ ਅੱਜ ਤੋਂ ਲਾ ਲਓ ਕੋਈ 4-5 ਦਿਨ, ਉਹਨਾਂ ਨੇ ਬੜੀ ਪੁਖਤਾ ਸਟੋਰੀ ਦਿੱਤੀ। ਉਹ ਕਹਿੰਦੇ ਕਿ ਵੇਖੋ ਗੱਲ ਇਹ ਆ ਕਿ ਜਦੋਂ 15 ਅਪ੍ਰੈਲ ਦੇ ਨੇੜੇ ਇੱਕ ਮੁੰਡਾ ਦਿੱਲੀ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਫੜਿਆ, ਉਹਨਾਂ ਨੇ ਸਿੱਧੇ ਤੌਰ 'ਤੇ ਸਿੱਧੂ ਮੂਸੇਵਾਲੇ ਦਾ ਨਾਮ ਲੈ ਦਿੱਤਾ ਕਿ ਅਸੀਂ ਇਸ ਬੰਦੇ ਦਾ ਟਾਈਮ ਚੱਕਣਾ। ਅਸੀਂ ਰੇਕੀ ਵੀ ਕਰਕੇ ਆਏ, ਪਰ ਹੋਇਆ ਕਿ ਉਹਨਾਂ ਦੇ ਕੋਲ ਹੈਵੀ ਸਿਕਿਉਰਿਟੀ ਹੋਣ ਕਰਕੇ ਸਾਡਾ ਜਿਹੜਾ ਪਲਾਨ ਹੈ, ਸਾਡਾ ਜਿਹੜਾ ਕਹਿ ਲਓ ਕਿ ਸਕੀਮ ਯੋਜਨਾ ਵਾਲਾ ਜੋ ਕੰਮ ਸੀਗਾ ਉਹ ਅਸੀਂ ਪਾਸੇ ਕਰ ਦਿੱਤਾ, ਟਾਲ ਦਿੱਤਾ ਇੱਕ ਵਾਰੀ। ਅੱਛਾ, ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਉਸੇ ਸਟੋਰੀ ਦੇ ਵਿੱਚ ਮੈਂਸ਼ਨ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ, ਮੈਂ ਕਿਸੇ ਪੰਜਾਬੀ ਅਖਬਾਰ ਨੂੰ ਕੋਟ ਨਹੀਂ ਕਰਾਂਗਾ ਕਿਉਂਕਿ ਉਸ ਸਟੋਰੀ ਤੋਂ ਬਾਅਦ ਹੀ ਸਟੋਰੀਆਂ ਲੱਗੀਆਂ ਸਨ ਸਾਡੇ ਲੋਕਲ ਮੀਡੀਆ ਦੇ ਵਿੱਚ। ਤਾਂ ਉਹਨਾਂ ਦੇ ਕਹਿਣ ਦੇ ਮੁਤਾਬਕ, ਇੰਡੀਅਨ ਐਕਸਪ੍ਰੈਸ ਦੇ ਕਹਿਣ ਦੇ ਮੁਤਾਬਕ ਕਿ ਬਈ ਪੰਜਾਬ ਪੁਲਿਸ ਨੂੰ ਅਗਾਹ ਕਰ ਦਿੱਤਾ ਗਿਆ ਸੀਗਾ ਕਿ ਤੁਹਾਡੀ ਸੈਲੀਬ੍ਰਿਟੀ ਜਿਹੜੀ ਹੈ, ਤੁਹਾਡੀ ਮਤਲਬ ਕਿ ਹਸਤੀ ਹੈ ਜਿਹੜੀ, ਉਹ ਬਈ ਅੰਡਰ ਥ੍ਰੈਟ ਹੈ ਜਾਂ ਕਹਿ ਲਓ ਕਿ ਅੰਡਰ ਰਿਸਕ ਹੈ ਕਿ ਬਈ ਉਹਨੂੰ ਸਿਕਿਉਰਿਟੀ ਵਗੈਰਾ ਦੇ ਇੰਤਜ਼ਾਮ ਕਰ ਦਿਓ। ਅੱਛਾ, ਹੁਣ ਇੱਥੇ ਇੱਕ ਵੱਡਾ ਸਵਾਲ ਹੋਏਗਾ ਕਿ ਕੀ ਇੰਟੈਲੀਜੈਂਸੀ ਨੇ ਤੁਹਾਡੇ ਤੱਕ, ਜਾਂ ਕਿਉਂਕਿ ਹੋਮ ਮਿਨਿਸਟਰੀ ਤੁਹਾਡੇ ਕੋਲ ਆ, ਕਿ ਤੁਹਾਡੇ ਤੱਕ ਉਹ ਸੂਚਨਾ ਪਹੁੰਚਾਈ ਸੀ ਜਾਂ ਨਹੀਂ, ਤੁਹਾਡੇ ਤੱਕ ਇਹ ਸੂਚਨਾ ਪਹੁੰਚਾਈ ਸੀ ਜਾਂ ਨਹੀਂ। ਇਹ ਇੱਕ ਬੜਾ ਕਹਿ ਲਓ ਕਿ ਮੈਂ ਕਹੂੰਗਾ ਕਿ ਜਵਾਬ ਦੇਣ ਵਾਲਾ ਸਵਾਲ ਹੈ। ਇਹਦੇ ਤੇ ਸਪਸ਼ਟਤਾ ਜ਼ਰੂਰੀ ਹੈ ਕਿ ਕੀ ਇੰਡੀਅਨ ਐਕਸਪ੍ਰੈਸ ਨੇ ਉਹ ਸਟੋਰੀ ਜਿਹੜੀ ਹੈ ਉਹ ਉੱਦਾਂ ਹੀ ਛਾਪ ਦਿੱਤੀ। ਜੇ ਮੰਨ ਲਓ ਸਟੋਰੀ ਸਹੀ ਹੈ ਤਾਂ ਕੀ CMO ਨਾਲ ਜਾਂ ਹੋਮ ਮਿਨਿਸਟਰੀ ਦੇ ਨਾਲ ਉਹ ਸਾਰਾ ਕੁਝ ਉਹਨਾਂ ਨੇ ਸ਼ੇਅਰ ਕੀਤਾ, ਇੱਕ ਬਹੁਤ ਵੱਡਾ ਸਵਾਲ ਰਹੇਗਾ। ਜੇ ਤੁਹਾਡੇ ਤੱਕ ਸ਼ੇਅਰ ਹੋਇਆ ਤਾਂ ਫਿਰ ਅਗਲੀ ਜ਼ਿੰਮੇਵਾਰੀ ਤੁਹਾਡੀ ਸੀ, ਅਦਰਵਾਈਜ਼ ਤਾਂ ਤੁਸੀਂ ਆਪਣੀ ਇੰਟੈਲੀਜੈਂਸੀ ਨੂੰ ਫਿਰ ਘੋਖ ਕੇ ਦੇਖ ਲਓ, ਇੰਟੈਲੀਜੈਂਸੀ ਨੂੰ ਫਿਰ ਘੋਖ ਕੇ ਦੇਖ ਲਓ। ਮੈਂ ਤੁਹਾਨੂੰ ਫਿਰ ਵਾਰ-ਵਾਰ ਕਹਿ ਰਿਹਾ ਕਿ ਫਿਰ ਇੱਥੇ ਤੁਹਾਡਾ ਫੇਲੀਅਰ ਹੈ, ਮਤਲਬ ਕਿ ਕਿਉਂਕਿ ਫੇਲੀਅਰ ਇੰਟੈਲੀਜੈਂਸੀ ਦਾ ਮਤਲਬ ਕਿ ਫੇਲੀਅਰ ਸਰਕਾਰ ਦਾ ਹੋ ਗਿਆ, ਤਾਂ ਲੋਕ ਤੁਹਾਨੂੰ ਹੀ ਇਹ ਸਾਰਾ ਕੁਝ ਜਿਹੜਾ ਉਹ ਸਾਰਾ ਕੁਝ ਮਤਲਬ ਕਿ ਮੜਨਗੇ ਕਿ ਤੁਸੀਂ ਜ਼ਿੰਮੇਵਾਰ ਹੋ। ਸੈਕੰਡ ਚੀਜ਼ ਹੈ ਕਿ ਜਿਸ ਇੰਟੈਲੀਜੈਂਸੀ ਨੂੰ ਆਪਣੇ ਹੈੱਡਕੁਆਟਰ ਦਾ ਹੀ ਨਹੀਂ ਪਤਾ ਕਿ ਉਹਦੇ ਤੇ ਹਮਲਾ ਹੋ ਸਕਦਾ ਹੈ, ਫਿਰ ਉਸ ਇੰਟੈਲੀਜੈਂਸ ਦੀ ਰਿਪੋਰਟ ਤੇ ਕਿਸੇ ਦੀ ਸਿਕਿਉਰਿਟੀ 'ਚ ਕਟੌਤੀ ਕਰਨੀ ਜਾਂ ਸਿਕਿਉਰਿਟੀ ਪ੍ਰੋਵਾਈਡ ਕਰਨੀ, ਦੋਵਾਂ ਚੀਜ਼ਾਂ 'ਚ ਹੀ ਕਿਤੇ ਨਾ ਕਿਤੇ ਸਵਾਲ ਉੱਠੇਗਾ ਕਿ ਜਿਹੜਾ ਰਿਵਿਊ ਹੁੰਦਾ ਸਿਕਿਉਰਿਟੀ ਦਾ ਇੱਕ ਪ੍ਰੋਸੀਜਰ ਹੈ, ਸਾਰੇ ਆਪਾਂ ਜਾਣਦੇ ਹਾਂ ਕਿ ਜਿਸ ਇੰਟੈਲੀਜੈਂਸੀ ਨੇ ਉਹ ਰਿਪੋਰਟ ਤਿਆਰ ਕਰਨੀ ਹੁੰਦੀ ਹੈ, ਜਿਸ ਨੂੰ ਆਪਣੇ ਟੈਕ ਦਾ ਹੀ ਨਹੀਂ ਪਤਾ, ਉਹ ਕਿਸੇ ਸੈਲੀਬ੍ਰਿਟੀ ਜਾਂ ਆਮ ਸਧਾਰਨ ਵਸ਼ਿੰਦੇ ਬਾਰੇ ਇਸ ਤਰ੍ਹਾਂ ਦੀ ਪੈਸ਼ੀਨਗੋਈ ਕਿਵੇਂ ਕਰ ਸਕਦੀ ਹੈ। ਬਹੁਤ ਵੱਡਾ ਸਵਾਲ ਫਿਰ ਇੰਟੈਲੀਜੈਂਸੀ ਤੇ ਹੈ। ਮੈਂ ਵਾਰ-ਵਾਰ ਕਹਿ ਰਿਹਾ ਕਿ ਇਹ ਫਿਰ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਜਿਸ ਇੰਟੈਲੀਜੈਂਸੀ ਦੀ ਰਿਪੋਰਟ ਤੇ ਤੁਸੀਂ ਸਿਕਿਉਰਿਟੀ ਨੂੰ ਵਧਾ ਰਹੇ ਹੋ ਜਾਂ ਘਟਾ ਰਹੇ ਹੋ, ਉਹ ਇੰਟੈਲੀਜੈਂਸੀ ਤੇ ਇੰਨੀ ਨਿਕੰਮੀ ਸਾਬਤ ਹੋ ਰਹੀ ਹੈ ਕਿ ਉਹਨੂੰ ਤੇ ਆਪਣੇ ਅਟੈਕ ਦਾ ਹੀ ਨਹੀਂ ਪਤਾ ਲੱਗ ਰਿਹਾ। ਇਹ ਇੱਕ ਬਹੁਤ ਵੱਡਾ ਸਵਾਲ ਹੈ। ਹੋਰ ਇੱਕ ਅੱਗੇ ਜਾਓ ਤੁਸੀਂ, ਤਾਂ ਮੈਂ ਰਾਤੀ ਇੱਕ ਚੈਨਲ ਤੇ ਡਿਬੇਟ ਦੇ ਵਿੱਚ ਸਾਂ ਤੇ ਉੱਥੇ ਜਿਹੜੇ ਤਰਜਮਾਨ ਸਨ ਆਮ ਆਦਮੀ ਪਾਰਟੀ ਦੇ, ਤਾਂ ਉਹਨਾਂ ਨੇ ਵਿੱਕੀ ਮਿੱਡੂ ਖੇੜਾ ਕਤਲकांड ਨੂੰ ਜੋੜਿਆ ਇਸ ਦੇ ਨਾਲ। ਤੇ ਮੈਂ ਆਖਿਆ ਸਾਹਿਬ ਮੈਨੂੰ ਇੱਕ ਗੱਲ ਦੱਸ ਦਿਓ, ਫਿਰ ਜੇ ਵਿੱਕੀ ਮਿੱਡੂ ਖੇੜਾ ਵਾਲੇ ਕਤਲकांड ਨੂੰ ਤੁਸੀਂ ਜੋੜ ਰਹੇ ਹੋ, ਮੰਨ ਕੇ ਚੱਲ ਰਹੇ ਹੋ ਕਿ ਪੋਸਟਾਂ ਵਗੈਰਾ ਪਾਈਆਂ, ਉਹ ਕਹਿੰਦੇ ਜੀ ਇਹਦਾ ਆਧਾਰ ਹੈ ਕਿ ਪੋਸਟਾਂ ਪਾ ਕੇ ਫਲਾਣੇ ਗਰੁੱਪ ਨੇ ਜ਼ਿੰਮੇਵਾਰੀ ਲੈ ਲਈ। ਤੇ ਮੈਂ ਆਖਿਆ ਜੀ ਫਿਰ ਤੁਸੀਂ ਇੱਕ ਗੱਲ ਦੱਸ ਦਿਓ, ਤੁਸੀਂ ਆਪਣੇ ਵਿਵੇਕ ਬੁੱਧ ਦੇ ਨਾਲ ਇੱਕ ਗੱਲ ਦੱਸ ਦਿਓ ਕਿ ਯਾਰ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਵਿੱਕੀ ਕਤਲकांड ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਵਾ, ਤਾਂ ਜਿਹੜਾ ਬੰਦੇ ਦਾ ਮੈਨੇਜਰ ਤੁਹਾਡੇ ਕੇਸ ਦੇ ਵਿੱਚ ਨਾਮਜ਼ਦ ਹੋ ਗਿਆ 302 ਦੇ ਵਿੱਚ, ਸਿੱਧੂ ਮੂਸੇਵਾਲੇ ਦਾ ਮੈਨੇਜਰ, ਜਿਹੜਾ ਮੁੰਡਾ ਆਸਟ੍ਰੇਲੀਆ ਭੱਜ ਗਿਆ, ਤਾਂ ਉਹਨੂੰ ਭੱਜਣ ਕਿਉਂ ਦਿੱਤਾ? ਸੈਕੰਡ ਚੀਜ਼ ਇਹ ਆ ਕਿ ਫਿਰ ਉਦੋਂ ਹੀ ਤੁਸੀਂ ਇਨਵੈਸਟੀਗੇਟ ਕਿਉਂ ਨਹੀਂ ਕੀਤਾ ਮਾਮਲੇ ਨੂੰ ਕਿ ਕੀ ਸਿੱਧੂ ਮੂਸੇਵਾਲੇ ਦਾ ਕੋਈ ਵਿੱਚ ਇਨਵੋਲਵਮੈਂਟ ਤਾਂ ਨਹੀਂ? ਔਰ ਜੇ ਤੁਹਾਨੂੰ ਲੱਗਦਾ ਕਿ ਨਹੀਂ ਇਨਵੋਲਵਮੈਂਟ, ਫਿਰ ਉੱਥੇ ਸਿਕਿਉਰਿਟੀ ਘਟਾਣੀ ਸੀ ਕਿਉਂਕਿ ਤੁਸੀਂ ਆਪ ਹੀ ਤੇ ਉਹਨੂੰ ਨਾਮਜ਼ਦ ਕਰ ਰਹੇ ਹੋ ਨਾ, ਤੁਸੀਂ ਆਪ ਹੀ ਤਾਂ ਮੈਨੇਜਰ ਨੂੰ ਨਾਮਜ਼ਦ ਕਰ ਰਹੇ ਹੋ। ਸੋ ਇਹ ਬੜੇ ਬੁਨਿਆਦੀ ਸਵਾਲ ਨੇ ਕਿ ਇੱਕ ਬੰਦੇ ਦੇ ਮੈਨੇਜਰ ਨੂੰ ਨਾਮਜ਼ਦ ਕਰ ਰਹੇ ਹੋ, ਵਿੱਕੀ ਮਿੱਡੂ ਖੇੜਾ ਨੂੰ ਜੋੜ ਰਹੇ ਹੋ ਕਿ ਉਹ ਕੱਲ ਹੀ ਸੀ, ਇਹਨਾਂ ਦਾ ਇਸ ਤਰ੍ਹਾਂ ਕੰਮ ਚੱਲ ਰਿਹਾ ਸੀਗਾ ਵਗੈਰਾ ਵਗੈਰਾ। ਕਿਉਂਕਿ ਤਰਜਮਾਨ ਜਿਹੜੇ ਹੁੰਦੇ ਨੇ ਆ ਕੇ ਡਿਬੇਟਾਂ 'ਚ ਆਪਣਾ ਪੱਖ ਰੱਖਦੇ ਨੇ, ਉਹ ਸਰਕਾਰ ਦਾ ਪੱਖ ਹੁੰਦਾ ਹੈ। ਮੈਂ ਸਰਕਾਰ ਦੇ ਪੱਖ ਤੇ ਗੱਲ ਕਰ
मतलब कि कुछ इशारा हो रहा है, क्योंकि जे तुसी पोस्टां नूं आधार मनदे हो तो एक पोस्ट दे विच या एक शायद मेरे ख्याल दे नाल फोन कॉल होया एक चैनल नूं, तो उहदे विच तो फिर उन्होंने ये भी कहा कि दिल्ली पुलिस ने तुहानूं दस दिता सीगा कि सिंगर दी सीधी शमूलीयत है विक्की मिड्डू खेड़ा वाले हत्याकांड च। तो फिर तुसी उन्हां दे कहण दे मुताबक कि उन्हां नूं शामिल करके दूजी धिर नूं जिन्हां दा मुंडा मरिया कि न्याय क्यों नहीं दिता। ये एक अनदर सवाल है। सो इस करके मैं ये गल जरूर कहांगा सीएम नूं कि बई प्लीज़ तुसी उत्थों थोड़ा जिहा बाहर झाको। मतलब कि कुछ सिग्नल की प्रॉब्लम आ गई है, प्लीज़ दस देना, नहीं तो मैं रोक देवांगा फिर किसी टाइम हो जावांगा लाइव। प्लीज़ दस देना, क्योंकि साडे इत्थे थोड़ी प्रॉब्लम आ जाती है कई बार घर दे विच शहर होइए तो फिर ठीक रहिंदा है। माड़ा जिहा कोई तुसीं दस दिओ जे तुहानूं लगदा है, तो फिर आपां अगे कर लांगे कंटिन्यू, नहीं तो छड्ड देवांगे, कोई चक्कर नहीं हैगा। तो मैं तो सिर्फ हाँ जी, जे रुक रही है वीडियो तो एक मिनट जी मैं नैटवर्क चेंज करके देखदा। जी अच्छा हाँ ठीक है। तो मैं कह सीगा कि मान साहब कि भाई एक सुनेहा है तुहाडे वास्ते, एक तो यह है कि इंटैलीजेंसी नूं अपनी नूं दुरुस्त करो, अपील असीं करदे हां। क्योंकि मैं तुहानूं एक गल होर दस दिना, तुसीं भी आर्टिस्ट रहे हो। संदीप नंगल अंबियां दे हत्याकांड तो पहला 2 साल पहला, तकरीबन 2.5 साल पहला डीजीपी कोल कंप्लेंट गई सी। डीजीपी कोल कंप्लेंट गई सी जिहदे विच उन्हां ने सारा कुछ कहा सीगा, शायद कोई फैडरेशन वाले सन कि बई ऐसा ऐसा माजरा चल रहा है, ऐसा ऐसा मामला चल रहा है, तो कृपा करके बई इस मामले च दखल दिओ, क्योंकि कुछ लोग यानी जिहड़े कि कह लो गैंगां नाल जुड़े है जां जो भी है, तो वो कबड्डी दे विच दखल दे रहे हैं। तो इत्थे उस समय की सरकार ने बहुत वड्डी बेवकूफ़ी की, नज़रअंदाज करके। सो ये अपने आप दे विच एक बहुत वड्डी फेलीयर सी उन्हां दी। जे उदों ही सारी चीज़ नूं घोखिया परखिया जांदा, क्योंकि इदां हुंदा है कि कुछ जांच पड़ताल जिहड़ी है तुहानूं खुफिया ढंग नाल करनी पैंदी है, खुफिया रिपोर्ट आउंदी है। जिवें तुहानूं याद होएगा गुंडा टैक्स का, बठिंडा गुंडा टैक्स का चलिया सी रिफाइनरी का मसला, तो उहदे च की होया सीगा कि एक इन्हां ने खुफिया रिपोर्ट तैयार कीती सी। हालांकि कैप्टन ने किस तरह उहदे ते अमल किया आपां नूं सब नूं पता है कि इन्हां ने एक खुफिया रिपोर्ट तैयार करवाई सी कि चल की रहा है। तो तुहानूं उदों ही चाहिदा सी कि कबड्डी दे विच की चल रहा है, उदों ही तुहानूं नहीं मैं कह रहा, तुहानूं तो मतलब यह है कि हाकम जिहड़ा उस समय का हाकम सी कि कबड्डी च की चल रहा है। जे उस टाइम कबड्डी च लिंक लभ लै जांदे, कौन प्लेयर किहदे नाल आ, एसोसीएट आ, किहड़ा बंदा किस तरह उत्थे दखल वधा रहा है, तो मेरे ख्याल दे नाल कबड्डी का एक महान खिडारी शायद उहदे ते कोई कार्रवाई होंदी जां कुछ भी करदा, बट ये नहीं सीगा कि वो इस संसार चों चले जांदा। जे कोई गलत सीगा, जिवें दोष लगे संदीप ते भी दोष लगे जां होर दोष लगदे आ, तो कहण दा मतलब ये है कि फिर वो इत्थों तक ना कहानी पहुँचदी। तो इस तरह म्यूजिक इंडस्ट्री दे विच परमेश वर्मा के अटैक तो बाद ये सारा कुछ है जिहड़ा वो चल पिया सीगा, वो चल पिया सीगा, वो चल पिया सीगा, पर किसी ने गल नहीं गौली तो इत्थों तक पहुँच गई। हुण एक होर खबर का मैं जिक्र कर दिना, क्योंकि मैं ऑन रिकॉर्ड ही चीज़ां कहना हुन्ना, ऑफ द रिकॉर्ड कहण दे विच आपां नूं कई बार ये हुंदा कि तुसीं जवाबदेह हुंदे हो, तो वो ठीक नहीं रहिंदा कि तुहाडे कोल तत्थ ना होण। बीते दिन एक अखबार ने, एक नहीं 2-3 अखबारां ने इस खबर नूं शाया कीता कि पिछले 2 महीनों के दौरान ही 6 सिंगरां ने 10-10 लाख रुपया एक्सटॉर्शन मनी दी है। एक्सटॉर्शन मनी तुसीं समझ गए, जिन्हों गुंडा भाषा दे विच प्रोटैक्शन मनी कहा जाता है, मतलब कि रंगदारी कह लो या बुराई वगैरह कह लो। तो गल यह है कि जब तुसीं यही जी चीज़ देखते हो फिर तुहाडा खंडन नहीं आया। मैं जिवें कह रहा कि इंडियन एक्सप्रैस की रिपोर्ट से तुहाडा कोई खंडन नहीं आता,
इस रिपोर्ट ते भी तुहाडा कोई खंडन वंडन नहीं आउंदा, क्योंकि तुहाडी रोज़ पीसी हुंदी है, तुहाडे तर्जमान पीसी करदे आ, उहदे च सरकार दीयां प्राप्तियां जां जो चलंत हालात हुंदे आ उहनूं आके स्पष्टता दिंदे ने। बट उन्हां ने किते भी आके खंडन नहीं कीता इन्हां चीज़ां दा। मतलब ये आ कि 6 कलाकारां ने 2 महीनਿਆਂ ਦੇ ਵਿੱਚ ਜੇ 10-10 ਲੱਖ ਰੁਪਈਆ ਦਿੱਤਾ ਹੈ ਤਾਂ 60 ਲੱਖ ਰੁਪਈਆ ਐਕਸਟੋਰਸ਼ਨ ਮਨੀ 2 ਮਹੀਨਿਆਂ 'ਚ ਗਈ। ਤੁਹਾਡੀ ਆਈਬੀ ਦੀ ਰਿਪੋਰਟ ਕਹਿੰਦੀ ਹੈ, ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਕਹਿੰਦੀ ਆ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜੇ ਤੁਸੀਂ ਖੁਫੀਆ ਢੰਗ ਨਾਲ ਵਧੀਆ ਤਰੀਕੇ ਨਾਲ ਇੱਕ ਹੋਰ ਇਨਵੈਸਟੀਗੇਸ਼ਨ ਅੰਦਰ ਖਾਤੇ ਖੁਲਵਾਓ ਕਿ ਬਈ ਕਲਾਕਾਰਾਂ ਦੇ ਵਿੱਚ ਕੀ ਚੱਲ ਰਿਹਾ, ਕਿਉਂਕਿ ਹੁਣ ਕਲਾਕਾਰਾਂ ਦਾ ਰੋਲ ਆ ਰਿਹਾ। ਹੁਣ ਤੁਹਾਨੂੰ ਪਤਾ ਨਾ ਕਿ ਮਨਕੀਰਤ ਔਲਖ ਸੁਰਖੀਆਂ 'ਚ ਆ ਗਿਆ। ਮਨਕੀਰਤ ਔਲਖ ਆਲਵੇਜ਼ ਸੁਰਖੀਆਂ 'ਚ ਰਹਿੰਦਾ। ਬਹੁਤ ਸਾਰੇ ਉਹਦੇ ਅੱਗੇ ਵੀ ਰੌਲੇ ਰੱਫੜ ਪਏ ਨੇ, ਮੈਂ ਉੱਧਰ ਜਾਊਂਗਾ ਨਹੀਂ। ਜ਼ਮੀਨ ਦਾ ਰੱਫੜ, ਆੜ੍ਹਤੀਏ ਨਾਲ ਰੱਫੜ, ਕੈਟਰਿੰਗ ਸਰਵਿਸ ਵਾਲਿਆਂ ਨਾਲ ਰੱਫੜ, ਬਥੇਰੇ ਰੱਫੜ ਪੈ ਚੁੱਕੇ ਨੇ। ਬਟ ਕਹਿਣ ਦਾ ਮਤਲਬ ਇਹ ਆ, ਮੈਂ ਨਹੀਂ ਕਿਸੇ ਨੂੰ ਕਹਿੰਦਾ ਕਿ ਉਹ ਦੋਸ਼ੀ ਆ, ਫਲਾਣਾ ਹੈ, ਉਹਨੂੰ ਟੰਗ ਦਿਓ, ਇਹਨੂੰ ਕਰ ਦਿਓ। ਮੇਰੇ ਕਹਿਣ ਦਾ ਮਤਲਬ ਸਰ ਇਹ ਆ ਕਿ ਬਈ ਤੁਸੀਂ ਹਾਲੇ ਵੀ ਇਸ ਇੰਡਸਟਰੀ ਨੂੰ ਬਚਾ ਸਕਦੇ ਹੋ। ਤੁਸੀਂ ਆਰਟਿਸਟ ਰਹੇ ਹੋ ਕਿ ਬਈ ਇੱਕ ਖੁਫੀਆ ਪੜਤਾਲ ਕਰਵਾ ਕੇ ਦੇਖ ਲਓ ਕਿ ਕਿਹੜਾ ਕਲਾਕਾਰ ਕਿਹਦੇ ਨਾਲ ਰਲਿਆ ਫਿਰਦਾ ਹੈ, ਕੌਣ ਉਧਾਰੀਆਂ ਉੱਥੋਂ ਲੈ ਰਿਹਾ, ਉਗਰਾਹੀਆਂ ਲੈ ਰਿਹਾ, ਕੌਣ ਰੰਗਦਾਰੀ ਲੈ ਰਿਹਾ, ਕੌਣ ਵਿੱਚ ਦਲਾਲੀ ਕਰ ਰਿਹਾ, ਤਾਂ ਇੰਡਸਟਰੀ ਤੁਹਾਡੀ ਬਚ ਜਾਏਗੀ। ਤੁਹਾਡੀ ਫਿਲਮ ਇੰਡਸਟਰੀ ਮਾਨ ਸਾਹਿਬ ਅੱਜ ਦੇ ਦੌਰ ਦੇ ਵਿੱਚ 500 ਕਰੋੜ ਦੀ ਹੈ। ਤੁਹਾਡੀ ਮਿਊਜ਼ਿਕ ਇੰਡਸਟਰੀ ਸ਼ਾਇਦ ਇਸ ਤੋਂ ਵੀ ਵੱਡੀ ਹੋਏਗੀ, ਇਸ ਤੋਂ ਵੀ ਵੱਡੀ ਹੋਏਗੀ। ਕਲਾਕਾਰਾਂ ਦੇ ਨਾਮ ਗੁਰਪਿਆਰ ਜੀ ਉਹਨਾਂ ਨੇ ਨਹੀਂ ਦਿੱਤੇ, ਇੱਥੋਂ ਤੱਕ ਕਿ ਆਈਬੀ ਦੀ ਰਿਪੋਰਟ 'ਚ ਵੀ ਕਹਿੰਦੇ ਆ ਕਿ ਕਲਾਕਾਰਾਂ ਦੇ ਨਾਮ ਦਾ ਜ਼ਿਕਰ ਨਹੀਂ ਹੈ। ਜੋ ਮੈਂ ਖਬਰਾਂ ਪੜ੍ਹੀਆਂ ਸੀਗੀਆਂ ਕਿ ਕਿਉਂਕਿ ਮੈਂ ਕੋਈ ਫੈਕਟ ਤੋਂ ਬਗੈਰ ਗੱਲ ਨਹੀਂ ਕਰਦਾ, ਮੈਂ ਗੁਰੇਜ਼ ਕਰਦਾ ਹੁੰਦਾ ਕਿ ਜੋ ਗੱਲ ਜਿੰਨੀ ਔਨ ਰਿਕਾਰਡ ਹੁੰਦੀ ਹੈ ਉਹੀ ਗੱਲ ਆਪਾਂ ਕਹੀਏ, ਨਹੀਂ ਤਾਂ ਫਿਰ ਫਰਕ ਕੀ ਰਹਿ ਜਾਏਗਾ ਨਾ। ਅੱਜ ਕੱਲ੍ਹ ਤੇ ਆਪਾਂ ਨੂੰ ਵੀ ਕੇਜੀ ਮੀਡੀਆ ਕਿਹਾ ਜਾਂਦਾ ਹੈ। ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਗੁਰੇਜ਼ ਕਰੀਦਾ। ਜੋ ਔਨ ਰਿਕਾਰਡ ਚੀਜ਼ਾਂ ਨੇ ਮੈਂ ਉਹੀ ਕਹਾਂਗਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਾਲੇ ਵੀ ਜਾਂਚ ਪੜਤਾਲ ਕਰਾ ਲਓ। ਇਹ ਇੰਡਸਟਰੀਆਂ ਇਸ ਤਰ੍ਹਾਂ ਦੀਆਂ ਇੰਡਸਟਰੀਆਂ ਨੇ ਜਿਹੜੀਆਂ ਰੁਜ਼ਗਾਰ ਵੀ ਦੇ ਰਹੀਆਂ ਨੇ, ਜਿਹੜੀਆਂ ਤੁਹਾਨੂੰ ਪੈਸਾ ਵੀ ਦੇ ਰਹੀਆਂ ਨੇ। ਕਿਤੇ ਇਹ ਨਾ ਹੋਵੇ ਕਿ ਬੇੜਾ ਕਰ ਕਿੱਧਰੋਂ ਵੀ ਕਰਕੇ ਬਹਿ ਜਾਈਏ, ਕਿਉਂਕਿ ਇੰਡਸਟਰੀ ਇਸ ਵੇਲੇ ਸਦਮੇ 'ਚ ਇੰਨੀ ਜ਼ਿਆਦਾ ਡਰੀ ਹੋਈ ਹੈ ਕਿ ਇਹਨਾਂ 'ਚ ਇੰਨੀ ਹਿੰਮਤ ਨਹੀਂ ਪੈ ਰਹੀ ਕਲਾਕਾਰਾਂ 'ਚ ਕਿ ਖੁੱਲ੍ਹੇ ਰੂਪ ਦੇ ਵਿੱਚ ਤੁਹਾਡੇ ਤੋਂ ਮੰਗ ਹੀ ਰੱਖ ਸਕਣ, ਤੁਹਾਡੇ ਤੋਂ ਇਹ ਡਿਮਾਂਡ ਹੀ ਕਰ ਸਕਣ ਕਿ ਨਿਆਂ ਦਿਓ, ਸਾਡੀ ਇੰਡਸਟਰੀ ਨੂੰ ਅਪਰਾਧ ਮੁਕਤ ਕਰੋ। ਇਹਨਾਂ 'ਚ ਇੰਨੀ ਹਿੰਮਤ ਨਹੀਂ ਪੈ ਰਹੀ ਆਰਟਿਸਟਾਂ ਦੇ ਵਿੱਚ, ਕਿਉਂਕਿ ਮੈਂ ਰਹਿ ਕੇ ਆਇਆ ਇਹਨਾਂ ਦੇ ਵਿੱਚ, ਕਾਫੀ ਲੰਬਾ ਸਮਾਂ ਬੀਤ ਗਿਆ ਹੁਣ ਤਾਂ। ਮਤਲਬ ਇਹ ਹੈ ਕਿ ਇੰਨਾ ਸਮਾਂ ਬਿਤਾਉਣ ਦਾ ਜਿਹੜਾ ਮੈਂ ਨਿਚੋੜ ਕੱਢਿਆ ਕਿ ਇੱਥੇ ਸਾਰੇ ਆਪੋ ਆਪਣੇ ਜ਼ਿੰਦਗੀ ਨੂੰ ਜਾਂ ਆਪੋ ਆਪਣੇ ਕੈਰੀਅਰ ਨੂੰ ਜਾਂ ਆਪੋ ਆਪਣੇ ਪੈਸੇ ਨੂੰ ਬਚਾਉਣ ਜਾਂ ਕਮਾਉਣ 'ਚ ਲੱਗੇ ਰਹਿੰਦੇ ਨੇ। ਕਿਸੇ ਨਾਲ ਕਿਸੇ ਨੂੰ ਕੁਛ ਨਹੀਂ ਹੈ, ਫੋਕੀ ਹਮਦਰਦੀ, ਕੋਈ 2-4 ਸੱਜਣਤਾਈ ਵਾਲੇ ਬੰਦੇ ਹੁੰਦੇ ਨੇ, ਅਦਰਵਾਈਜ਼ ਨਹੀਂ ਕੋਈ ਕਿਸੇ ਦਾ। ਤਾਂ ਇੱਕ ਪ੍ਰੈਸ ਕਾਨਫਰੰਸ ਵੀ ਨਹੀਂ ਕਰ ਸਕੇ ਉਹ ਪ੍ਰੈਸ ਕਾਨਫਰੰਸ ਵੀ ਨਹੀਂ ਕਰ ਸਕੇ ਆਰਟਿਸਟ, ਕਿਉਂਕਿ ਦੁਨੀਆ ਭਰ ਦੇ ਵਿੱਚ ਚਰਚਾ ਹੋ ਰਹੀ ਹੈ, ਇੰਟਰਨੈਸ਼ਨਲ ਮੀਡੀਆ ਕਵਰ ਕਰ ਰਿਹਾ ਹੈ, ਪਰ ਸਾਡੇ ਆਰਟਿਸਟ ਜੁੜ ਕੇ ਇਹੀ ਨਹੀਂ ਕਹਿ ਰਹੇ ਕਿ ਸਾਡੀ ਇੰਡਸਟਰੀ ਨੂੰ ਅਪਰਾਧ ਮੁਕਤ ਕਰ ਦਿਓ। ਠੀਕ ਹੈ ਨਾ। ਸੋ ਇਹ ਹਾਲਾਤ ਨੇ ਕਿ ਇੰਡਸਟਰੀ ਡਰੀ ਪਈ ਹੈ, ਸਦਮੇ ਦੇ ਵਿੱਚ, ਕਿਤੇ ਸ਼ਿਫਟ ਹੋ ਜਾਂਦੀ ਹੈ ਜਾਂ ਕੁਝ ਵੀ ਹੋਏਗਾ ਤਾਂ ਉਹਦੇ 'ਚ ਲਾਸ ਹੀ ਲਾਸ ਹੈ। ਦੱਸੋ ਇਹਦੇ 'ਚ ਅਸੀਂ ਗੁਨਾਹਗਾਰ ਹਾਂ, ਅਸੀਂ ਕੀ ਕਹਿ ਰਹੇ ਹਾਂ ਮਾੜਾ? ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਭੜਕ ਪੈਂਦੇ ਸਾਡੇ ਭਰਾ ਕਿ ਅਸੀਂ ਮਾੜਾ ਕਹਿ ਰਹੇ ਹਾਂ, ਯਾਰ ਇਹ ਤੁਹਾਡਾ ਵੀ ਪੰਜਾਬ ਹੈ, ਉਹ ਪੈਸਾ ਤੁਹਾਡੇ ਤੇ ਹੀ ਲੱਗਣਾ ਹੈ, ਉਹ ਪੈਸਾ ਆਪਣੇ ਬੱਚਿਆਂ ਨੂੰ ਹੀ ਰੁਜ਼ਗਾਰ ਦੇ ਰਿਹਾ ਨਾ ਯਾਰ। ਅਸੀਂ ਕੀ ਮਾੜਾ ਕਰਦੇ? ਮੇਰਾ ਵੀ ਜੀ ਕਰਦਾ ਖਾ ਕੇ ਆਲੂ ਵਾਲੇ ਪਰੌਂਠੇ, ਛੁੱਟੀ ਸੀਗੀ, ਮੈਂ ਬੈਠ ਜਾਵਾਂ। ਮੈਂ ਤੁਹਾਨੂੰ ਉਹ ਗੱਲਾਂ ਦੱਸ ਰਿਹਾ ਜਿਹੜੀਆਂ ਸ਼ਾਇਦ ਤੁਹਾਨੂੰ ਅੱਜ ਤੋਂ 10 ਦਿਨ ਬਾਅਦ ਪਤਾ ਲੱਗਣਗੀਆਂ, ਜਾਂ ਸ਼ਾਇਦ ਹੋ ਸਕਦਾ ਪਤਾ ਹੀ ਨਾ ਲੱਗਣ। ਤਾਂ ਕੀ ਕਸੂਰ ਹੈ ਮੇਰਾ? ਮੈਂ ਤਾਂ ਖੁਦ ਮਤਲਬ ਕਿ ਸੇਫ ਖੇਡ ਸਕਦਾ, ਪਰ ਮੈਂ ਫਿਰ ਵੀ ਤੁਹਾਨੂੰ ਖੋਲ ਕੇ ਦੱਸਦਾ ਕਿ ਅੰਦਰ ਦੀਆਂ ਗੱਲਾਂ ਕੀ ਹੁੰਦੀਆਂ ਨੇ ਯਾਰ। ਸੋ ਇਸ ਕਰਕੇ ਸਿਆਣੇ ਬਣੋ। ਤੇ ਸੀਐਮ ਸਾਹਿਬ ਨੂੰ ਮੈਂ ਇੱਕ ਬੇਨਤੀ ਹੋਰ ਕਰੂੰਗਾ ਕਿ ਬਾਈ ਤੁਸੀਂ ਮੋਦੀ ਵਾਲੀ ਰੀਸ ਨਾ ਕਰੋ। ਆਪਾਂ ਮੋਦੀ ਨਹੀਂ ਬਣਨਾ, ਇਸ ਦੇਸ਼ ਦਾ ਸੈਕਿੰਡ ਮੋਦੀ ਨਹੀਂ ਬਣਨਾ, ਇੱਕ ਹੀ ਰਹਿਣ ਦਿਓ, ਇੱਕ ਹੀ ਕਾਫੀ ਔਰ ਸੇ ਮਾਫੀ। ਕਿ ਤੁਸੀਂ ਇੱਕ ਖੁੱਲੀ ਪੀਸੀ ਕਰੋ। ਖੁੱਲੀ ਪੀਸੀ ਦੇ ਵਿੱਚ ਜੋ ਚਲੋ ਊਣਤਾਈਆਂ ਰਹਿ ਜਾਂਦੀਆਂ ਨੇ, ਪ੍ਰਸ਼ਾਸਨ ਚਲਾਉਣੇ ਬਹੁਤ ਔਖੇ ਨੇ, ਨਵੀਂ ਸਰਕਾਰ ਕਈ ਵਾਰ ਕੁਝ ਖੇਤਰਾਂ ਦੇ ਵਿੱਚ, ਕੁਝ ਮਾਮਲਿਆਂ ਦੇ ਵਿੱਚ ਅੜ ਕੇ ਚੱਲਦੀ ਹੈ, ਤਾਂ ਤੁਸੀਂ ਖੁੱਲੀ ਪ੍ਰੈਸ ਕਾਨਫਰੰਸ ਕਰੋ। ਆਪਣੇ ਲਾਡਲੇ ਚਹੇਤੇ ਆ ਜਿਹੜੇ ਹੈਗੇ ਨਾ ਚੈਨਲਾਂ ਵਾਲੇ, ਜਿਹੜੇ ਇੱਕ ਦਬਕੇ ਤੇ ਪੀਸੀ ਡਿਲੀਟ ਕਰ ਜਾਂਦੇ ਆ, ਇਹੀ ਤੁਹਾਨੂੰ ਇੱਕ ਦਿਨ ਰਗੜ ਦੇਣਗੇ। ਚੰਨੀ ਉਰਾਂ ਨੂੰ ਇਹਨਾਂ ਨੇ ਰਗੜਿਆ, ਇਹ ਤੁਹਾਨੂੰ ਇੱਕ ਦਿਨ ਰਗੜ ਕੇ ਰੱਖ ਦੇਣਗੇ, ਜਿਨ੍ਹਾਂ ਤੇ ਅੱਜ ਤੁਸੀਂ ਦਾਬਾ ਪਾ ਰਹੇ ਹੋ ਜਾਂ ਜਿਨ੍ਹਾਂ ਤੇ ਅੱਜ ਤੁਸੀਂ ਮੋਹ ਮੁਹੱਬਤ ਲੁਟਾ ਰਹੇ ਹੋ। ਇਹਨਾਂ ਨੂੰ ਛੱਡ ਦਿਓ, ਇਹਨਾਂ ਦੀਆਂ ਮਿੱਠੀਆਂ ਗੋਲੀਆਂ ਖਾਣੀਆਂ ਛੱਡ ਦਿਓ। ਕਈ ਵਾਰ ਪਤਨ ਦਾ ਸ਼ੂਗਰ ਹੋ ਜਾਂਦਾ ਹੈ। ਸੋ ਇੱਕ ਖੁੱਲੀ ਪੀਸੀ ਕਰੋ। ਖੁੱਲੀ ਪੀਸੀ ਦੇ ਵਿੱਚ
ਆਪਣੇ ਆਪਣੇ ਜਿਹੜੇ ਪੱਤਰਕਾਰ ਨੇ ਅਦਾਰਿਆਂ ਦੇ ਉਹ ਬੁਲਾਓ, ਖੁੱਲੀ ਪੀਸੀ ਦੇ ਵਿੱਚ ਪੰਜਾਬ ਨੂੰ ਮੁਖਾਤਬ ਹੋਵੋ। ਤੁਸੀਂ ਤੇ ਉੱਥੋਂ ਮੂਸੇ ਤੋਂ ਵੀ ਚਲੇ ਗਏ, ਤੁਹਾਨੂੰ ਚਾਹੀਦਾ ਸੀਗਾ। ਪਹਿਲੀ ਗਲਤੀ ਤੇ ਇਹ ਹੈ ਕਿ ਦਿੱਲੀ ਜਾ ਕੇ ਫਿਰ ਇੱਥੇ ਆਏ ਹੋ। ਸੈਕੰਡ ਚੀਜ਼ ਇਹ ਆ ਕਿ ਚਲੋ ਤੁਸੀਂ ਉੱਥੋਂ ਜਾਏ, ਹੱਥ ਲਾਉਣਾ ਜ਼ਰੂਰੀ ਹੈ, ਦਿੱਲੀ ਤੇ ਕੋਈ ਗੱਲ ਨਹੀਂ ਹੈਗਾ, ਤਾਂ ਤੁਸੀਂ ਇੱਥੇ ਆਏ ਹੋ। ਪੱਤਰਕਾਰਾਂ ਨੂੰ ਇੱਕ ਗੁੱਠ ਦੇ ਵਿੱਚ ਉੱਥੇ ਕੈਦ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਦੀ ਤੁਹਾਨੂੰ ਕੱਢ ਦਿੱਤਾ ਗਿਆ। ਘੱਟੋ ਘੱਟ ਸਿਕਿਉਰਿਟੀ ਵਾਲਿਆਂ ਨੂੰ ਕਹਿ ਦਿੰਦੇ ਕਿ ਇਹੀ ਪੱਤਰਕਾਰ ਨੇ ਜਿਨ੍ਹਾਂ ਨੇ ਮੈਨੂੰ ਬਈ ਇੱਥੋਂ ਤੱਕ ਪਹੁੰਚਾਇਆ ਵਾ। ਇਹ ਉਹੀ ਪ੍ਰੈਸ ਹੈ ਜਿਹਨੇ ਸਭ ਤੋਂ ਜ਼ਿਆਦਾ ਸਪੋਰਟ ਕੀਤੀ ਆਮ ਆਦਮੀ ਪਾਰਟੀ ਨੂੰ। ਠੀਕ ਹੈ ਨਾ ਜੀ। ਅੱਜ ਪ੍ਰੈਸ ਤੋਂ ਫਿਰ ਇੰਨੀ ਦੂਰੀ ਕਾਹਤੋਂ? ਸੋ ਤੁਹਾਨੂੰ ਕੁਝ ਗੱਲਾਂ ਸਾਫ਼ ਕਰਨੀਆਂ ਚਾਹੀਦੀਆਂ ਨੇ। ਜਿੱਥੇ ਫੇਲੀਅਰ ਹੈ ਖੁੱਲ ਦਿਲੀ ਦੇ ਨਾਲ ਸਵੀਕਾਰ ਕਰੋ। ਤੁਹਾਨੂੰ ਲੋਕ ਅੱਜ ਵੀ ਬਹੁਤ ਮੁਹੱਬਤ ਕਰਦੇ ਆ। ਜਿਹਦੇ ਤੇ ਉਮੀਦ ਜ਼ਿਆਦਾ ਹੋਵੇ ਨਾ ਮਾਨ ਸਾਹਿਬ, ਉਸੇ ਬੰਦੇ ਨਾਲ ਨਾਰਾਜ਼ਗੀ ਵਧੇਰੇ ਹੁੰਦੀ ਹੈ। ਅਮਰਿੰਦਰ ਦੇ ਨਾਲ ਹੁਣ ਕੋਈ ਨਾਰਾਜ਼ਗੀ ਨਹੀਂ ਸੀ ਰਹੀ ਜਦੋਂ ਭਾਜਪਾ ਦੇ ਨਾਲ ਗਏ। ਲੋਕੀ ਕਹਿੰਦੇ ਹੱਥ ਜੋੜੇ ਜਾ ਭੱਜਾ ਜਾਂ ਦਫਾ ਹੋ, ਆਹ ਸ਼ਬਦ ਇਸਤੇਮਾਲ ਕਰਦੇ ਸਨ। ਦੂਜਿਆਂ ਨਾਲ ਕੋਈ ਹਮਦਰਦੀ ਨਹੀਂ ਹੈ ਕਿਸੇ ਨੂੰ। ਅਗਲਾ ਕਹਿੰਦਾ ਮਗਰੋਂ ਲੈ। ਤੁਹਾਡੇ ਤੇ ਉਮੀਦ ਹੈ, ਤੁਹਾਡੇ ਤੇ ਤਾਂ ਹੀ ਇਤਰਾਜ਼ ਨੇ, ਤੁਹਾਡੇ ਤੇ ਤਾਂ ਹੀ ਲੋਕ ਥੋੜੇ ਨਾਰਾਜ਼ ਨੇ। ਸੋ ਇਸ ਕਰਕੇ ਭਾਈ ਸਾਨੂੰ ਗਾਲਾਂ ਕੱਢਣ ਦੀ ਥਾਂ ਤੇ ਸੀਐਮ ਸਾਹਿਬ ਨੂੰ ਕਹੋ ਕਿ ਭਾਈ ਥੱਲੇ ਉਤਰੋ ਮੈਦਾਨ ਦੇ ਵਿੱਚ। ਕੁਛ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ, ਹਾਲੇ ਵੀ ਸੰਭਾਲੋ। ਪੰਜਾਬ ਨੂੰ ਸੰਭਾਲਣ ਦੀ ਜ਼ਰੂਰਤ ਆ, ਅਦਰਵਾਈਜ਼ ਇਹ ਖਲਾਰਾ ਬਹੁਤ ਪੈ ਜਾਏਗਾ। ਮੈਂ ਜਾਣਦਾ ਇਸ ਦੁਨੀਆ ਦੀ ਡੂੰਘਾਈ, ਇਹ ਡਰਦੇ ਨਹੀਂ ਬੋਲਦੇ, ਹੋਰ ਵੀ ਬਹੁਤ ਸੱਜਣ ਜਾਣਦੇ ਆ। ਇਸ ਦੁਨੀਆ ਦੀ ਡੂੰਘਾਈ ਬਹੁਤ ਜ਼ਿਆਦਾ ਹੈ। ਜੇ ਇਸੇ ਤਰ੍ਹਾਂ ਹੀ ਇਹ ਕੰਮ ਚੱਲਦਾ ਰਿਹਾ ਤਾਂ ਸਾਡੀ ਇੰਡਸਟਰੀ, ਕੋਈ ਵੀ ਇੰਡਸਟਰੀ ਹੈ ਜਿਹੜੀ, ਉਹ ਬਈ ਬਹੁਤ ਹੱਦ ਤੱਕ ਪ੍ਰਭਾਵਿਤ ਹੋਏਗੀ। ਅਨਦਰ ਸਾਡੇ ਵਾਸਤੇ ਆਉਣ ਵਾਲੇ ਸਮੇਂ 'ਚ ਇੱਕ ਸੰਕਟ ਹੋ ਜਾਏਗਾ। ਅਸੀਂ ਤੇ ਪਹਿਲਾਂ ਹੀ ਸੰਕਟਾਂ ਦੇ ਵਿੱਚ ਘਿਰੇ ਹੋਏ ਹਾਂ। ਸੋ ਇਸ ਕਰਕੇ ਬੇਨਤੀ ਹੈ ਕਿ ਬਈ ਤੁਸੀਂ ਆਓ, ਮਤਲਬ ਕਿ ਪੀਸੀ ਕਰੋ, ਲੋਕਾਂ ਨੂੰ ਜਵਾਬ ਦਿਓ ਜਿਹੜੇ ਵੀ ਸਵਾਲ ਹੈਗੇ ਆ। ਕਿੱਡੀ ਕੁ ਗੱਲ ਸੀ? ਤੁਸੀਂ ਆਪ ਨਹੀਂ ਆ ਸਕਦੇ, ਹਰੇਕ ਜਗ੍ਹਾ ਤੇ ਸੀਐਮ ਨਹੀਂ ਜਾ ਸਕਦਾ। ਮੈਂ ਇਸ ਗੱਲ ਦੇ ਨਾਲ ਮੁਤਫਿਕ ਹਾਂ। ਹਰੇਕ ਸੱਥ ਦੇ ਵਿੱਚ, ਹਰੇਕ ਪਿੰਡ 'ਚ ਸੀਐਮ ਨਹੀਂ ਜਾ ਸਕਦਾ। ਪਰ ਘੱਟੋ ਘੱਟ ਐਡਾ ਵੱਡਾ ਕਤਲकांड ਹੋ ਗਿਆ, ਐਡਾ ਵੱਡਾ ਕਤਲकांड ਹੋ ਗਿਆ। ਤੁਸੀਂ ਕੋਈ ਆਪਣਾ ਉੱਥੇ ਕੋਈ ਨੁਮਾਇੰਦਾ ਹੀ ਘੱਲ ਦਿੰਦੇ ਕਿ ਭਾਈ ਇਹ ਨੁਮਾਇੰਦਾ ਅਸੀਂ ਘੱਲ ਦਿੱਤਾ, ਸਾਨੂੰ ਪਲ ਦਰ ਪਲ ਰਿਪੋਰਟ ਪੇਸ਼ ਕਰੇਗਾ, ਤਾਂ ਆਪੇ ਲੋਕ ਜੁੜਦੇ ਕਿ ਹਾਂ ਭਾਈ ਮਾਨ ਸਾਹਿਬ ਜਿਹੜੇ ਆ ਉਹ ਇਸ ਘਟਨਾ ਦੇ ਨਾਲ ਜੁੜੇ ਹੋਏ ਆ, ਬਰੀਕ ਬੀਨੀ ਦੇ ਨਾਲ ਦੇਖ ਰਹੇ ਆ। ਉਹਨਾਂ ਦਾ ਨੁਮਾਇੰਦਾ ਲੋਕਾਂ 'ਚ ਬੈਠਾ ਹੈ, ਪੁਲਿਸ ਤੋਂ ਰਿਪੋਰਟ ਲੈ ਰਿਹਾ, ਇੰਟੈਲੀਜੈਂਸੀ ਤੋਂ ਰਿਪੋਰਟ ਲੈ ਰਿਹਾ। ਕਿੱਡੀ ਕੁ ਗੱਲ ਸੀਗੀ? ਸਾਨੂੰ ਵੀ ਪਤਾ ਕਿ ਤੁਸੀਂ ਹਰੇਕ ਜਗ੍ਹਾ ਨਹੀਂ ਆ ਸਕਦੇ ਮਾਨ ਸਾਹਿਬ। ਮੈਂ ਕਹਾਂ ਕਿ ਇੱਥੇ ਆ ਕੇ ਬੈਠ ਜਾਓ, ਉਹ ਕਹਿਣਗੇ ਇੱਥੇ ਆ ਕੇ ਬੈਠ ਜਾਓ। ਇੱਦਾਂ ਨਹੀਂ ਹੈ, ਤੁਸੀਂ ਆਪਣਾ ਕੰਮ ਕਰੋ, ਪਰ ਜਿੱਥੇ ਜ਼ਰੂਰੀ ਹੈ ਉੱਥੇ ਨਾ ਸਮਾਂ ਨਾ ਪਾਓ। ਔਰ ਦੂਜੀ ਗੱਲ ਹੈ ਕਿ ਅੱਜ ਦੇਖੋ ਸਿੱਧੂ ਮੂਸੇਵਾਲਾ ਮਰ ਗਿਆ, ਉਹਨੇ ਮੁੜਨਾ ਨਹੀਂ ਹੈ, ਪਰ ਸਿੱਧੂ ਮੂਸੇਵਾਲਾ ਬਹੁਤ ਸਾਰੇ ਪਰਦੇ ਚੁੱਕ ਗਿਆ। ਸੋ ਕਾਈਂਡਲੀ ਜਿਹੜੇ ਪਰਦੇ ਚੁੱਕੇ ਗਏ ਨੇ, ਜੋ ਲੋਹਾ ਗਰਮ ਹੈ ਉੱਥੇ ਸੱਟ ਕਰ ਲਓ। ਜੋ ਵੀ ਮਤਲਬ ਕਿ ਠੀਕ ਕੀਤਾ ਜਾ ਸਕਦਾ ਉਹਨੂੰ ਪਲੀਜ਼ ਠੀਕ ਕਰੋ। ਸੋ ਇੰਨੀਆਂ ਬੇਨਤੀਆਂ ਸੀ, ਇੰਨੀਆਂ ਗੁਜ਼ਾਰਿਸ਼ਾਂ ਸੀ ਕਿ ਬਾਈ ਇੱਕ ਪੀਸੀ ਕਰੋ ਸਾਹਿਬ ਔਰ ਇਹਨਾਂ ਸਵਾਲਾਂ ਦੇ ਜਵਾਬ ਦਿਓ। ਤੁਸੀਂ ਤੇ ਉੱਦਾਂ ਹੀ ਮਤਲਬ ਕਿ ਇੱਕ ਵਨ ਵੇ ਕਮਿਊਨੀਕੇਸ਼ਨ ਰੱਖਿਆ, ਪੀਸੀ ਕਰਨ ਦੀ ਥਾਂ ਤੇ ਆਪ ਹੀ ਵੀਡੀਓ ਪਾ ਦਿੰਦੇ ਹੋ। ਜੋ ਮੋਦੀ ਵਾਲਾ ਪੈਟਰਨ ਨੇ, ਉੱਥੇ ਘਰ 'ਚ ਸਟੂਡੀਓ, ਘਰ ਦੀ ਗੱਡੀ, ਗੰਢਾ ਸਿੰਘ ਡਰਾਈਵਰ। ਸੋ ਇੰਨੀਆਂ ਬੇਨਤੀਆਂ ਨੇ ਕਿ ਬਾਈ ਤੁਸੀਂ ਪੰਜਾਬੀ ਹੋ, ਤੁਸੀਂ ਪੰਜਾਬੀਆਂ ਦੇ ਹੋ, ਤੁਹਾਡੇ ਲਈ ਸੁਨੇਹਾ ਮੈਂ NRIs ਜਿਹੜੇ ਸੀਗੇ ਕੁਛ ਉਹਨਾਂ ਦਾ ਸੁਨੇਹਾ ਵੀ ਦੇ ਦਿੱਤਾ, ਕੁਛ ਮੇਰੇ ਆਪਣੇ ਤੁਹਾਡੇ ਲਈ ਸੁਝਾਅ ਸਨ ਕਿ ਇੰਟੈਲੀਜੈਂਸੀ ਨੂੰ ਚੁਸਤ ਦਰੁਸਤ ਕਰੋ। ਇਹਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ, ਜਾਂ ਜੇ ਇਹਨੂੰ ਪਤਾ ਲੱਗ ਰਿਹਾ ਤੇ ਉਹ ਤੁਹਾਨੂੰ ਕਿਉਂ ਨਹੀਂ ਦੱਸ ਰਹੀ? ਜੇ ਤੁਹਾਨੂੰ ਦੱਸ ਰਹੀ ਹੈ ਤਾਂ ਕਿਉਂ ਨਹੀਂ ਇਹ ਖੇਡ ਠੀਕ ਹੋ ਰਹੀ? ਜੇਲ੍ਹਾਂ ਦਾ ਜਿੱਥੋਂ ਤੱਕ ਸਵਾਲ ਹੈ, ਤੁਹਾਡਾ ਬਹੁਤ ਵਧੀਆ ਡਿਸੀਜਨ ਹੈ ਕਿ ਹਰਪ੍ਰੀਤ ਸਿੱਧੂ ਜੀ ਨੂੰ ਇੱਥੇ ਲਾ ਦਿੱਤਾ, ਪਰ ਜੇਲ੍ਹਾਂ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੇਣਾ, ਫਿਰ ਉਹ ਕਹਾਣੀ ਜੁੜੇਗੀ ਕਿ ਪਹਿਲਾਂ ਜੇਲ੍ਹਾਂ ਦੇ ਵਿੱਚ ਮੁਖਬਰੀ ਤੰਤਰ ਹੁੰਦਾ ਸੀ। ਮੈਂ ਸਿਰਫ 2 ਮਿੰਟਾਂ 'ਚ ਆਪਣੀ ਗੱਲ ਨੂੰ ਖਤਮ ਕਰ ਦਿਆਂਗਾ, 2 ਮਿੰਟਾਂ ਦੇ ਵਿੱਚ। ਪਹਿਲਾਂ ਮੈਂ ਲਾਸਟ ਵਾਰੀ ਤਾਂ ਮੈਂ 2007 'ਚ ਗਿਆ, ਉਸ ਤੋਂ ਬਾਅਦ ਨਹੀਂ। ਉਸ ਤੋਂ ਵੀ ਪਹਿਲਾਂ ਜਦੋਂ ਅਸੀਂ ਗਏ ਹਾਂ ਤਾਂ ਉੱਥੇ ਉਸ ਟਾਈਮ ਮੁਖਬਰੀ ਤੰਤਰ ਬਹੁਤ ਤਕੜਾ ਹੁੰਦਾ ਸੀਗਾ। ਸਾਡੀਆਂ ਬੈਰਕਾਂ 'ਚ ਮੈਨੂੰ ਅੱਜ ਵੀ ਯਾਦ ਹੈ, ਮੈਨੂੰ ਨਾਮ ਵੀ ਉਹਨਾਂ ਦੇ ਯਾਦ ਹੈ, ਜਿਹੜੇ ਸਾਰਾ ਮਤਲਬ ਕਿ ਸਮਾਂ ਨਿਗਰਾਨੀ ਕਰਦੇ ਹੁੰਦੇ ਸੀ ਕਿ ਟਾਇਲਟ 'ਚ ਜਾ ਕੇ ਕੌਣ ਭੰਗ ਪੀ ਰਿਹਾ, ਕੌਣ ਜੂਆ ਖੇਡ ਰਿਹਾ, ਕੌਣ ਗੋਲੀਆਂ ਵੇਚ ਰਿਹਾ, ਉਹ ਸਾਰੀ ਰਿਪੋਰਟ ਜਾਂਦੀ ਸੀ, ਰੋਜ਼ਾਨਾ ਰਿਪੋਰਟ ਜਾਂਦੀ ਸੀਗੀ। ਬਟ ਗੱਲ ਕੀ ਹੈ ਕਿ ਹੁਣ ਤੁਸੀਂ ਦੇਖੋਗੇ ਤਾਂ ਜੇਲ੍ਹਾਂ ਦਾ ਵੀ ਜਿਹੜਾ ਉਹ ਖੁਫੀਆ ਤੰਤਰ ਜਾਂ ਮੁਖਬਰੀ ਤੰਤਰ ਉਹ ਤੁਹਾਡਾ ਬਿਲਕੁਲ ਢਹਿ ਗਿਆ, ਕਿਉਂਕਿ ਉੱਥੇ ਮੁੰਡੇ ਇਕੱਠੇ ਹੋ ਗਏ, ਗਰੋਹਬਾਜ਼ੀ ਹੋ ਗਈ, ਉਹ ਡਰਦੇ ਨੇ ਸਾਰੇ।
ਡਰਦੇ ਨੇ। ਸੋ ਇਸ ਕਰਕੇ ਤੁਹਾਡਾ ਉੱਥੇ ਵੀ ਇਹ ਮਸਲਾ ਵਿਗੜੇਗਾ ਤੇ ਤੁਸੀਂ ਕਮ ਸੇ ਕਮ ਇਹ ਕਰੋ ਕਿ ਚਿੱਟੇ ਤੇ ਚੋਟ ਕਰੋ, ਨਸ਼ਿਆਂ ਤੇ ਚੋਟ ਕਰੋ। ਆ ਜਿਹੜੇ ਛੋਟੇ ਛੋਟੇ ਕ੍ਰਾਈਮ ਆ ਇਹ ਰੁਕ ਜਾਣਗੇ ਤਾਂ ਅੱਜ ਤੁਸੀਂ ਦੇਖੋ 26,000 ਕੈਦੀ ਦੇ ਵਿੱਚੋਂ 26,000 ਬੰਦੀਆਂ ਚੋਂ ਜੇ ਆਪਾਂ ਦੇਖੀਏ ਤਾਂ 23,000 ਅੰਡਰ ਟ੍ਰਾਇਲ ਹੈ ਤੇ 23,000 ਅੰਡਰ ਟ੍ਰਾਇਲ ਦੇ ਵਿੱਚੋਂ ਵੀ ਜ਼ਿਆਦਾਤਰ ਆ ਛੋਟੇ ਕ੍ਰਾਈਮ ਵਾਲੇ ਆ। ਕਿਸੇ ਨੇ ਝਪਟਮਾਰੀ ਕਰ ਲਈ ਆ, ਕਿਸੇ ਨੇ ਥੋੜਾ ਬਹੁਤਾ ਨਸ਼ਾ ਵੇਚਿਆ, ਤਾਂ ਇਹਨਾਂ ਨੂੰ ਸਿੱਧੇ ਰਾਹ ਪਾ ਕੇ ਨਸ਼ੇ ਨੂੰ ਬੰਦ ਕਰਕੇ ਛੋਟਾ ਕ੍ਰਾਈਮ ਜਿਹੜਾ ਘਟਾ ਕੇ ਜੇਲ੍ਹਾਂ ਦੇ ਵਿੱਚ ਕਰਾਊਡ ਘੱਟ ਕਰੋ ਸਭ ਤੋਂ ਪਹਿਲਾਂ ਜੇ ਕੁਝ ਠੀਕ ਕਰਨਾ ਜੇ। ਇਹ ਸਾਨੂੰ ਕਹਿਣਗੇ ਪਰ ਸਾਡੀਆਂ ਗੱਲਾਂ ਜਿਹੜੀਆਂ ਉਹ ਵੀਰੇ ਕਾਗਜ਼ੀ ਨਹੀਂ ਹੁੰਦੀਆਂ। ਅਸੀਂ ਹੱਡਾਂ 'ਚ ਇਹ ਸਾਰੇ ਜਿਹੜੇ ਤਜਰਬੇ ਆ ਉਹ ਲਿਖੇ ਹੋਏ ਨੇ ਤਾਂ ਕਹਿ ਰਹੇ ਹਾਂ। ਸੋ ਇਸ ਕਰਕੇ ਇਹਦਾ ਹੱਲ ਇਹ ਆ ਕਿ ਓਵਰ ਕਰਾਊਡ ਜੇਲ੍ਹਾਂ ਨੇ ਤੁਹਾਡੀਆਂ ਮੇਰੇ ਖਿਆਲ ਦੇ ਨਾਲ 22,000 ਦੀ ਕਪੈਸਿਟੀ ਹੈ ਤੇ 26,000 ਇਸ ਟਾਈਮ ਨਜ਼ਰਬੰਦ ਆ ਬੰਦੀ। ਸੋ ਉਹ ਵੀ ਘਟਾਓ ਜਿਹੜੇ ਆ ਚੈਨੀਆਂ ਜਾਂ ਝਪਟਮਾਰੀ ਕਰਦੇ ਨੇ। ਸੋ ਇਹ ਕ੍ਰਾਈਮ ਜਿਹੜਾ ਨਸ਼ੇ ਨਾਲ ਜੁੜਿਆ ਹੋਇਆ ਹੈ। ਸੋ ਇਸ ਕਰਕੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਮਾਨ ਸਾਹਿਬ ਸਾਡਾ ਸੁਨੇਹਾ ਹੈ ਤੁਹਾਨੂੰ ਕਿ ਥੋੜ੍ਹਾ ਜਿਹਾ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਚੁਸਤ ਦਰੁਸਤ ਕਰ ਲਓ, ਨਹੀਂ ਤੇ ਫਿਰ ਮੈਂ ਤੁਹਾਨੂੰ ਜਾਣ ਲੱਗਿਆ ਦੱਸ ਦੇਣਾ ਜਿੱਥੇ ਜੋ ਗਾਲਾਂ ਕੱਢਣ ਵਾਲੇ ਸ਼ਾਇਦ ਪਾਰਟੀ ਸਮਰਥਕ ਵੀ ਸਹਿਮਤ ਹੋ ਜਾਣਗੇ ਕਿ ਦੇਖੋ ਇਹ ਜਿਹੜੀ ਤੁਹਾਡੀ ਜੋ ਵੀ ਸਫਲਤਾ ਹੈ ਨਾ ਮਾਨ ਸਾਹਿਬ ਤੁਹਾਡੇ ਖਾਤੇ 'ਚ ਜਾ ਕੇ ਲੱਗਣੀ ਹੈ। ਜੇ ਤੁਸੀਂ ਸਫਲ ਹੋ ਗਏ ਤਾਂ ਪੰਜਾਬੀ ਕੀ ਕੌਮੀ ਪੱਧਰ ਤੇ ਤੁਹਾਡਾ ਅਕਸ ਜਿਹੜਾ ਬਹੁਤ ਸੁਧਰੇਗਾ। ਅਦਰਵਾਈਜ਼ ਤੁਹਾਨੂੰ ਤੁਹਾਡੀ ਪਾਰਟੀ ਨੇ ਕੱਲ ਨੂੰ ਲਾਂਭੇ ਕਰ ਦੇਣਾ, ਤੁਹਾਨੂੰ ਹੀ ਖਲਨਾਇਕ ਬਣਾ ਕੇ। ਫਿਰ ਨਾ ਕਿਹੋ, ਫਿਰ ਉਸ ਟਾਈਮ ਵੇਲਾ ਲੰਘ ਚੁੱਕਾ ਹੋਏਗਾ, ਸ਼ਾਇਦ ਲੋਕ ਵੀ ਤੁਹਾਡਾ ਸਮਰਥਨ ਨਹੀਂ ਕਰਨਗੇ। ਸੋ ਇਸ ਕਰਕੇ ਲੋਕ ਹਿੱਤਾਂ 'ਚ ਪੰਜਾਬ ਹਿੱਤਾਂ 'ਚ ਜੋ ਵੀ ਬਣਦੇ ਫੈਸਲੇ ਨੇ ਉਹਨਾਂ ਫੈਸਲਿਆਂ ਨੂੰ ਕੁਇਕਲੀ ਲਾਓ। ਤੁਹਾਡੇ ਤੇ ਬੜੀ ਆਸ ਹੈ, ਉਮੀਦ ਆ। ਕੁਝ ਇੰਡਸਟਰੀਆਂ ਸਦਮੇ 'ਚ ਨੇ, ਉਹਨਾਂ ਨੂੰ ਕੱਢੋ।